ਰੇਡੀਓ ਸਪਾਈਸ ਸੁਣ ਰਹੇ ਸਾਰੇ ਸਰੋਤਿਆਂ ਦਾ ਅਸੀਂ ਸਵਾਗਤ ਕਰਦੇ ਹਾਂ। ਸਾਡੇ ਨਾਲ ਆਸਟ੍ਰੇਲੀਆ ਤੋਂ ਜਿੱਥੇ ਸਰਦਾਰ ਅਮਨਦੀਪ ਸਿੰਘ ਸਿੱਧੂ ਹੋ ਗਏ ਨੇ, ਰਾਈਟਰ ਨੇ, ਕਮਿਊਨਿਟੀ ਲੀਡਰ ਨੇ ਅਤੇ ਫਾਰਮਰ ਨੇ। ਸੋ ਸਾਡੇ ਨਿਊਜ਼ੀਲੈਂਡ ਦੇ ਵਿੱਚ ਆਈ ਹੋਈ ਜਿਹੜੀ ਸਭ ਤੋਂ ਪੁਰਾਣੀ ਕਮਿਊਨਿਟੀ ਗਿੱਲਾਂ ਦਾ ਜਿਹੜਾ ਪਰਿਵਾਰ ਸੀ, ਫੁੰਮਣ ਸਿੰਘ ਗਿੱਲ ਹੋਣਾ ਦਾ ਅਤੇ ਵੀਰ ਸਿੰਘ ਗਿੱਲ ਹੋਣਾ ਦਾ, ਉਹ ਪਹਿਲੋਂ ਵੁਲਗੁਲਗਾ ਬਹੁਤ ਟਾਈਮ ਉਹਨਾਂ ਵੀਰ ਸਿੰਘ ਗਿੱਲ ਹੋਣਾ ਨੇ ਸਪੈਂਡ ਕੀਤਾ। ਛੋਟਾ ਭਰਾ ਲੱਭਦਾ ਵੁਲਗੁਲਗੇ ਆਇਆ ਅਤੇ ਉਸਨੂੰ ਲੈ ਨਿਊਜ਼ੀਲੈਂਡ ਦੇ ਵਿੱਚ ਪਹਿਲਾ ਮਾਈਗਰੈਂਟ ਬਣ 1889 ਦੇ ਵਿੱਚ ਜਿੱਥੇ ਆ ਗਿਆ। ਉਸ ਸ਼ਹਿਰ ਦੇ ਨਾਲ ਕੌਫਸ ਹਾਰਬਰ ਜਿਹੜਾ ਉਹ ਵੀ ਬਹੁਤ ਪੁਰਾਣਾ ਸ਼ਹਿਰ ਹੈ ਅਤੇ ਉਸ ਸ਼ਹਿਰ ਦੀ ਸ਼ਾਨ ਹੈ ਸਾਡੇ ਵੀਰ ਸਰਦਾਰ ਅਮਨਦੀਪ ਸਿੰਘ ਸਿੱਧੂ। ਅਤੇ ਨਾਲ ਦੇ ਨਾਲ ਜਿਹੜੀ ਟੀਮ ਨੇ ਪ੍ਰੋਰਤਾ ਕੀਤੀ, ਆਪਾਂ ਸਾਰੇ ਜਾਣਦੇ ਹਾਂ। ਬੜਾ ਇੱਕ ਮਸਲਾ ਸੀ ਨਾਈਵਸ ਜਿਹੜੇ ਨੇ ਸਕੂਲ ਦੀ ਪਾਲਿਸੀਜ਼ ਨਿਊ ਸਾਊਥ ਵੇਲਜ਼ ਦੀ ਨੂੰ ਲੈ ਕੇ। ਸੋ ਗੁਰਦੁਆਰਿਆਂ ਨੇ ਜਿਹੜਾ ਆਪਣਾ ਇਕੱਠ ਕੀਤਾ ਅਤੇ ਉਸ ਦੇ ਵਿੱਚੋਂ ਟੀਮ ਜਿਹੜੀ ਹੈ ਉਹਨਾਂ ਨੇ ਫਿਰ ਪੈਰਵਾਈ ਕੀਤੀ, ਜਿੱਥੇ ਕਿ ਆਪਾਂ ਜਾਣਦੇ ਹਾਂ 50 ਕਕਾਰਾਂ ਦੇ ਵਿੱਚੋਂ ਜਿਹੜਾ ਸ਼੍ਰੀ ਸਾਹਿਬ ਨੂੰ ਲੈ ਕੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕੀ ਇਸ ਦੀ ਇਜਾਜ਼ਤ ਜਾਰੀ ਰਹੇਗੀ। ਇਹ ਬੜਾ ਇੰਟਰਸਟਿੰਗ ਟੋਪਿਕ ਬਣ ਗਿਆ ਸੀ। ਇਸ ਦੇ ਵਿੱਚ ਸਾਡੇ ਧਰਮ ਦੀ ਜਿਹੜੀ ਅਕੀਦੇ ਦੇ ਤੌਰ ਦੇ ਉੱਤੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਅਦੂਲੀ ਆ ਉਸ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਗਏ ਸਨ। ਸੋ ਸਾਡੇ ਨਾਲ ਸਿੱਧੂ ਸਾਹਿਬ ਜਿਹੜੇ ਨੇ ਔਨ ਏਅਰ ਹੋ ਗਏ ਨੇ। ਸਿੱਧੂ ਸਾਹਿਬ, ਰੇਡੀਓ ਸਪਾਈਸ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਨਵਤੇਜ ਸਿੰਘ ਤੇ ਸਾਰੇ ਸਪਾਈਸ ਰੇਡੀਓ ਦੇ ਲਿਸਨਰਸ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਸਰ, ਜੇ ਆਪਾਂ ਚਲੀਏ ਥੋੜ੍ਹਾ ਪਿੱਛੇ ਨੂੰ ਅਤੇ ਆਪਾਂ ਟੋਪਿਕਸ ਜਿਹੜੇ ਡਿਸਕਸ ਕਰਦੇ ਹਾਂ, ਮੈਨੂੰ ਚੇਤਾ ਕਿ ਤਕਰੀਬਨ ਜਿਹੜਾ ਮਈ ਦੇ ਮਹੀਨੇ ਦੇ ਵਿੱਚ ਇਹ ਸਾਰਾ ਜਿਹੜਾ ਮਸਲਾ ਸਾਹਮਣੇ ਆਇਆ ਸੀ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨੇ ਫਿਰ ਕਾਫੀ ਜਿਹੜੇ ਖਾਸ ਕਰਕੇ ਮਤੇ ਪਾਸ ਕੀਤੇ ਸਨ। ਲੇਕਿਨ ਉਸ ਤੋਂ ਪਹਿਲੋਂ ਥੋੜ੍ਹਾ ਜਿਹਾ ਦੱਸਿਓ ਕਿ ਇਹ ਇੰਸੀਡੈਂਟ ਹੋਇਆ ਕਿੱਥੇ ਸੀ ਅਤੇ ਕੀ ਹੋਇਆ ਸੀ। ਨਵਤੇਜ, ਜਿਹੜਾ ਇੰਸੀਡੈਂਟ ਹੋਇਆ ਇਹ ਗਲੈਨਵੁੱਡ ਹਾਈ ਸਕੂਲ ਦੇ ਵਿੱਚ ਹੋਇਆ ਸੀ। ਔਰ ਇੰਸੀਡੈਂਟਲੀ ਗਲੈਨਵੁੱਡ ਜਿਹੜਾ ਸਬਰਬ ਤੁਸੀਂ ਦੇਖਿਆ ਜਿਹਨੂੰ ਪਾਰਕਲੀ ਸਾਹਿਬ ਵੀ ਕਹਿ ਦਿੰਦੇ ਆ ਜੀ, ਤੇ ਉਹ ਸਾਰਿਆਂ ਨਾਲੋਂ ਵੱਡਾ ਗੁਰੂ ਘਰ ਵੀ ਉਸੇ ਹੀ ਸਬਰਬ ਦੇ ਵਿੱਚ ਹੈ, ਜਮਾਂ ਹੀ 1.5 ਕਿਲੋਮੀਟਰ ਦੂਰ ਹੈ। ਸੋ ਉੱਥੇ ਬਹੁਤ ਪੰਜਾਬੀ ਵਸੋਂ ਹੈ, ਬਲੈਕ ਟਾਊਨ ਦਾ ਉਹ ਸਬਰਬ ਹੈ। ਸੋ ਇਸ ਸਕੂਲ ਦੇ ਵਿੱਚ ਇਹ ਘਟਨਾ ਵਾਪਰੀ ਸੀ ਜੀ। ਅਤੇ ਫਿਰ ਥੋੜ੍ਹੀ ਜਿਹੜੀ ਸਾਡੇ ਲਿਸਨਰਸ ਨੇ ਨਹੀਂ ਜਾਣਦੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਬੈਠਿਆਂ, ਥੋੜ੍ਹਾ ਦੱਸਣਾ ਕਿ ਕੀ ਹੋਇਆ। ਹਾਂਜੀ, ਖਬਰਾਂ ਇਹ ਆਈ ਸੀ ਕਿ ਇੱਕ ਸਿੱਖ ਬੱਚੇ ਨੇ ਜਿਹੜੀ ਉਮਰ 14 ਸਾਲ ਦੀ ਸੀ, ਉਹਨੇ ਕਿਰਪਾਨ ਦੇ ਨਾਲ 16 ਸਾਲ ਦੇ ਬੱਚੇ ਦੇ ਉੱਤੇ ਹਮਲਾ ਕਰਕੇ ਉਹਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ, ਚਾਰਜ ਵੀ ਕੀਤਾ ਤੇ ਉਸ ਤੇ ਕੇਸ ਚੱਲਿਆ। ਇਸ ਕਰਕੇ ਅਸੀਂ ਬਹੁਤਾ ਇਸ ਮੈਟਰ ਤੇ ਗੱਲ ਨਹੀਂ ਕਰ ਸਕਦੇ, ਪਰ ਕਈ ਗੱਲਾਂ ਨੇ ਮਤਲਬ ਜਿਹੜੀਆਂ ਅਸੀਂ ਖੁੱਲ ਕੇ ਨਹੀਂ ਕਰ ਸਕਦੇ ਕਿਉਂਕਿ ਕੇਸ ਜਿਹੜਾ ਆ ਉਹ ਕੋਰਟ ਦੇ ਵਿੱਚ ਹੈ। ਹਾਂਜੀ, ਇੰਸੀਡੈਂਟ ਇਹ ਹੋਇਆ ਸੀ। ਉਸ ਤੋਂ ਬਾਅਦ ਵੀ ਮੈਂ ਤੁਹਾਨੂੰ ਦੱਸ ਦਿੰਦਾ, ਉਸ ਤੋਂ ਬਾਅਦ ਕੁਝ ਦਿਨ ਘੁੱਖਣ ਤੋਂ ਬਾਅਦ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਵਰਕ ਪਲੇਸ ਲਾਜ਼ ਦੇ ਅਧੀਨ ਸੇਫਟੀ ਦੇ ਕਾਰਨ ਸਕੂਲਾਂ ਦੇ ਵਿੱਚ ਟੈਂਪਰੇਰੀ ਬੈਨ ਲਾ ਦਿੱਤਾ ਸੀ ਕਿਰਪਾਨ ਦੇ ਉੱਤੇ ਬੱਚਿਆਂ ਨੂੰ ਲਿਜਾਣ ਦਾ। ਜੀ, ਬੱਚੇ ਐਵਰੀਬਾਡੀ ਇਨਕਲੂਡਿੰਗ ਟੀਚਰਸ, ਪੇਰੈਂਟਸ, ਸਕੂਲ ਦੇ ਪ੍ਰੈਮਿਸਿਸ ਤੇ ਕਿਰਪਾਨ ਜਾਏ ਨਹੀਂ ਸੀ ਸਰ, ਅਜੇ ਵੀ ਨਹੀਂ ਜਾ ਸਕਦੀ। ਸੋ ਜਦੋਂ ਇਹ ਸਾਰਾ ਹੋਇਆ ਉਸ ਦੇ ਨਾਲ ਨੈਚੁਰਲੀ ਜਿਹੜੀਆਂ ਸਿੱਖ ਸੰਸਥਾਵਾਂ ਸਨ, ਪੇਰੈਂਟਸ ਸਨ, ਉਹ ਹਰਕਤ ਦੇ ਵਿੱਚ ਆਏ। ਇਹ ਬਹੁਤ ਗੰਭੀਰ ਮਸਲਾ ਇੱਕ ਦਮ ਜਿਹੜਾ ਸਾਹਮਣੇ ਆਇਆ ਅਤੇ ਇਸ ਨੇ ਇਫੈਕਟ ਸਿਰਫ ਨਿਊ ਸਾਊਥ ਵੇਲਜ਼ ਨਹੀਂ ਸਾਰੇ ਆਸਟ੍ਰੇਲੀਆ ਨੂੰ ਕਰਨਾ ਸੀ, ਕਿਉਂਕਿ ਜੇ ਪ੍ਰੈਸੀਡੈਂਟ ਸੈੱਟ ਹੋ ਜਾਂਦਾ, ਆਪਾਂ ਸਾਰੇ ਜਾਣਦੇ ਹਾਂ ਭਾਵੇਂ ਸਟੇਟਸ ਦੀ ਜੁਰਿਸਡਿਕਸ਼ਨ ਇੱਕ ਦੂਜੇ ਤੋਂ ਅਲੱਗ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਲੇਕਿਨ ਇਸ ਦੇ ਵਜੋਂ ਇੱਕ ਦੂਜੇ ਤੋਂ ਉਹ ਨੈਚੁਰਲੀ ਫਿਰ ਟੇਕ ਓਵਰ ਕਰ ਸਕਦੇ ਸਨ।
ਜੀ। ਸੋ ਫਿਰ ਕੀ ਹੋਇਆ ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਇਸ ਦੇ ਉੱਤੇ ਮੈਨੂੰ ਯਾਦ ਹੈ ਤੁਸੀਂ ਦੱਸ ਰਹੇ ਸਨ ਕਿ ਫਿਰ ਇੱਕ ਮੀਟਿੰਗ ਸੱਦੀ ਗਈ, ਤੁਸੀਂ ਵੀ ਗਏ ਇੱਥੋਂ ਖੌਫ ਹਾਰਬਰ ਤੋਂ, ਇਹ ਮੇਰੇ ਖਿਆਲ ਜੇ ਮੈਂ ਗਲਤ ਨਹੀਂ ਤਾਂ ਸਿਡਨੀ ਦੇ ਵਿੱਚ ਇਹ ਬੁਲਾਈ ਗਈ ਸੀ ਜੀ। ਹਾਂਜੀ, ਇਸ ਤੋਂ ਪਹਿਲਾਂ ਬਹੁਤ ਕੁਝ ਹੋ ਚੁੱਕਾ ਸੀ। ਇਸ ਤੋਂ ਪਹਿਲਾਂ 2-3 ਮੀਟਿੰਗਾਂ ਆਨਲਾਈਨ ਹੋ ਚੁੱਕੀਆਂ ਸੀਗੀਆਂ ਮਿਨਿਸਟਰਸ ਦੇ ਨਾਲ, ਤੇ ਉਹਨਾਂ ਨੇ ਉਹ ਇਨਵਾਈਟ ਕਰ ਰਹੇ ਸੀ ਕਿ ਆਓ ਸਾਡੇ ਨਾਲ ਬੈਠੋ, ਸਾਨੂੰ ਅਸਿਸਟ ਕਰੋ, ਅਸੀਂ ਇਹ ਟੈਂਪਰੇਰੀ ਬੈਨ ਲਾਇਆ ਹੈ। ਤੇ ਬਹੁਤ ਸਾਰਾ ਮੀਡੀਆ, ਜਿਹੜਾ ਇੰਟਰਨੈਸ਼ਨਲ ਮੀਡੀਆ, ਈਵਨ ਮੇਨ ਸਟ੍ਰੀਮ ਮੀਡੀਆ ਨੇ ਬੜੀ ਇੱਥੇ ਚਿੰਤਾ ਜ਼ਾਹਰ ਕੀਤੀ ਸੀ। ਕੁਝ ਮੀਡੀਆ ਇਹ ਕਹਿ ਰਿਹਾ ਸੀ ਸਿੱਖ ਡਿਵਾਈਡ ਹੋ ਗਏ ਨੇ, ਕਿਉਂਕਿ ਕੁਝ ਪੁਰਾਣੀ, ਤੁਹਾਨੂੰ ਪਤਾ ਹੀ ਹੈ ਕਿ ਉਹ ਮੀਡੀਆ ਫੋਬੀਆ ਹੁੰਦਾ ਹੈ, ਤੇ ਮੀਡੀਆ 'ਚ ਜਾ ਕੇ ਇੱਕ ਦੂਜੇ ਦੇ ਵਿਰੁੱਧ ਬਿਆਨ ਦੇਣ ਲੱਗ ਗਏ ਸੀ। ਸੋ ਮੀਡੀਆ ਨੇ ਇਹ ਵੀ ਇੱਕ ਟਾਈਮ ਤੇ ਬਿਆਨ ਕੀਤਾ ਕਿ ਸਿੱਖ ਡਿਵਾਈਡ ਹੋ ਗਏ ਨੇ, ਫਾਟ ਗਏ ਨੇ। ਤੇ ਜਦੋਂ ਉਹ ਖਬਰ ਆਈ ਆ, ਉਦੋਂ ਫਿਰ ਚਿੰਤਾ ਦਾ ਵਿਸ਼ਾ ਬਣਿਆ। ਤੇ ਸਾਡੇ ਲੋਕਲ ਇੱਥੇ MLA ਗੁਰਮੇਸ਼ ਸਿੰਘ ਨੈਸ਼ਨਲ ਪਾਰਟੀ ਦੇ ਨੇ, ਜਿਹੜੇ ਕਿ ਮੌਜੂਦਾ ਭਾਈਵਾਲ ਨੇ ਸਰਕਾਰ ਦੇ, ਤੇ ਇੱਕ ਮੈਨੂੰ ਯਾਦ ਹੈ ਕਿ ਮੀਟਿੰਗ ਹੋਈ ਸੀਗੀ ਮਿਨਿਸਟਰ, ਐਜੂਕੇਸ਼ਨ ਮਿਨਿਸਟਰ ਨੇ ਕੀਤੀ ਸੀ, ਮੈਂ ਵੀ ਉਹਦੇ ਵਿੱਚ ਇਨਵਾਈਟੀ ਸੀ। ਤੇ ਉਧਰ ਅਸੀਂ ਤਾਂ ਇਹ ਛੱਡਿਆ ਸੀ, ਉਦੋਂ ਕੋਈ ਹਜੇ ਗਠਬੰਧਨ ਨਹੀਂ ਸੀ ਹੋਇਆ, ਕੋਈ ਇੱਕ ਦੂਜੇ ਨਾਲ ਸੰਪਰਕ ਨਹੀਂ ਸੀ ਹੋਇਆ ਉਸ ਦਿਨ ਤੱਕ, ਜਿੱਦਣ ਮੀਟਿੰਗ ਸੱਦੀ ਗਈ ਆ ਰਾਤ ਨੂੰ। ਤੇ ਸਾਨੂੰ ਫੋਨ ਆਉਂਦਾ ਆ ASA ਤੋਂ, ਗਲੈਨਵੁੱਡ ਗੁਰੂ ਘਰ ਤੋਂ, ਕਿ ਸਾਨੂੰ ਮਦਦ ਦੀ ਲੋੜ ਆ। ਉਹਨਾਂ ਦੀ ਬੋਰਡ ਮੀਟਿੰਗ ਚੱਲ ਰਹੀ ਸੀ, ਤੇ ਅਸੀਂ ਹੁਣ ਦੇਖੋ ਗੁਰੂ ਘਰ ਤੋਂ ਫੋਨ ਆਵੇ ਤੇ ਅਸੀਂ ਮਦਦ ਕਿੱਦਾਂ ਨਾ ਕਰ ਸਕਦੇ ਹਾਂ। ਤੇ ਚਲੋ ਅਸੀਂ ਅਰਜ਼ ਕੀਤੀ ਵੀ ਦੱਸੋ ਸੇਵਾ ਕੀ ਆ। ਉਹ ਕਹਿੰਦੇ ਵੀ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਕਾਫੀ ਲਿੰਕ ਨੇ, ਸਾਨੂੰ ਅਰਜੈਂਟ ਸਾਰੇ ਗੁਰੂ ਘਰਾਂ ਤੋਂ ਸਪੋਰਟ ਚਾਹੀਦੀ ਆ। ਤੇ ਅਸੀਂ ਸੇਵਾ ਮੈਂ ਮਨਜ਼ੂਰ ਕੀਤੀ, ਤੇ ਸਾਰੇ ਆਸਟ੍ਰੇਲੀਆ ਦੇ ਗੁਰੂ ਘਰਾਂ ਨੂੰ, ਕਿਉਂਕਿ ਅਸੀਂ ਕੀਰਤਨ ਟੂਰ ਦੇ ਵਿੱਚ ਅਸੀਂ ਸਾਰੇ ਜਾਣਦੇ, ਅਸੀਂ ਇੱਕ ਭਾਈਚਾਰਾ ਹੀ ਆ, ਤੁਹਾਨੂੰ ਪਤਾ ਹੀ ਆ ਜੀ। ਤਾਂ ਸਾਰਿਆਂ ਨੂੰ ਫੋਨ ਕਰਕੇ ਸਾਰਿਆਂ ਦੀ ਸਪੋਰਟ ਲਈ, ਰਿਟਨ ਸਪੋਰਟ ਲਈ ਲਿਸਟ ਬਣਾਈ। ਤੇ ਉਸ ਦਿਨ ਰਾਤ ਨੂੰ ਜਿਹੜੀ ਮੀਟਿੰਗ ਹੋਈ, ਉਸ ਵਿੱਚ 40-50 ਇੰਡੀਵਿਜੂਅਲ ਸਨ। ਉਹ ਵੈਸੇ ਕੋਈ ਏਦਾਂ ਕੋਈ ਨਿਯੁਕਤ ਨਹੀਂ ਸੀ, ਆਪਣੀ ਮਰਜ਼ੀ ਨਾਲ ਵੱਖਰੇ ਗਰੁੱਪਸ, ਜਥੇਬੰਦੀਆਂ ਤੋਂ, ਗੁਰਦੁਆਰਿਆਂ ਤੋਂ ਆਏ ਹੋਏ ਸੀ। ਤੇ ਉਹ ਮੀਟਿੰਗ ਬਹੁਤੀ ਜ਼ਿਆਦਾ ਸਕਸੈਸਫੁਲ ਨਹੀਂ ਹੋ ਸਕੀ। ਸਾਡੇ MLA ਵੀ ਮੈਸੇਜ ਕਰ ਰਹੇ ਸੀ ਕਿ ਇਹ ਮੀਟਿੰਗ ਆਲ ਓਵਰ ਦਾ ਪਲੇਸ ਹੈ, ਤੇ ਆਪਾਂ ਨੂੰ ਇਹਦੇ ਨਾਲ ਬੈਟਰ ਕਰਨਾ ਪੈਣਾ ਕੁਛ ਨਾ ਕੁਛ ਜੀ। ਤੇ ਉਸ ਤੋਂ ਬਾਅਦ ਰਾਤ ਨੂੰ ਫਿਰ ਪ੍ਰੈਸ ਰਿਲੀਜ਼ ਹੋਈ, ਜਿਸ ਦੇ ਵਿੱਚ ਸਾਰੀਆਂ 65 ਜਥੇਬੰਦੀਆਂ ਦੀ ਲਿਸਟ ਗਈ ASA ਵੱਲੋਂ, ਵੀ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਹਾਂ। ਅਸੀਂ ਸਾਰੇ ਨਿਊ ਸਾਊਥ ਵੇਲਸ ਦੇ ਗੁਰਦੁਆਰੇ ਨੇ ASA ਨੂੰ ਮੋਹਰੀ ਬਣਾਇਆ, ਕਿਉਂਕਿ ਉਹਨਾਂ ਦਾ ਲੋਕਲ ਨਾਲ ਹੀ ਗੁਰਦੁਆਰਾ, ਨਾਲ ਹੀ ਸਕੂਲ ਹੈ। ਸੋ ਅਸੀਂ ਕਿਹਾ ਵੀ ਤੁਸੀਂ ਕਰੋ, ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ। ਸੋ ਉਹਨਾਂ ਨੇ ਆਪਣੇ ਲੈਟਰ ਪੈਡ ਤੇ ਮੀਡੀਆ ਰਿਲੀਜ਼ ਕੀਤਾ, ਤੇ ਸਵੇਰ ਨੂੰ ਹੀ ਫਿਰ ਦੂਸਰੇ ਦਿਨ ਗੁਰਮੇਸ਼ ਨੂੰ ਵੀ ਮਿਨਿਸਟਰਸ ਦੇ ਫੋਨ ਆਏ, ਗੁਰਮੇਸ਼ ਨੇ ਵੀ ਐਕਟਿਵ ਰੋਲ ਅਦਾ ਕੀਤਾ, ਤੇ ਕਿਉਂਕਿ ਸਾਰਾ ਆਸਟ੍ਰੇਲੀਆ ਇੱਕ ਹੋ ਗਿਆ, ਇਸ ਦੇ ਨਾਲ ਬੜਾ ਫਰਕ ਪਿਆ। ਤੇ ਫਿਰ ਮਿਨਿਸਟਰ ਨੇ ਤੇ ਗੁਰਮੇਸ਼ ਹੁਣੀ ਪ੍ਰੋਪਰ ਮੀਟਿੰਗ ਸ਼ੁਰੂ ਕੀਤੀਆਂ, ਤੇ ਉਹਨਾਂ ਨੇ ਕਿਹਾ ਤੁਹਾਨੂੰ ਸਪੋਰਟ ਹੈਗੀ ਆ। ਸੋ ਹੁਣ ਅਸੀਂ ਨਿਊ ਸਾਊਥ ਵੇਲਸ ਦੇ ਜਿੰਨੇ ਰਜਿਸਟਰਡ ਗੁਰਦੁਆਰੇ ਨੇ, ਇਨਕੋਪਰੇਟਡ ਗੁਰਦੁਆਰੇ ਨੇ, ਜਿਨ੍ਹਾਂ ਦੇ ਵਿੱਚ ਡੈਮੋਕ੍ਰੈਟਿਕ ਤਰੀਕੇ ਨਾਲ ਨੁਮਾਇੰਦੇ ਚੁਣੇ ਜਾਂਦੇ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਉਹਨਾਂ ਦੇ ਪ੍ਰੋਪਰ ਪ੍ਰੋਸੀਜਰ ਚੱਲਦੇ ਨੇ, ਰਜਿਸਟਰਡ ਮੈਂਬਰ ਨੇ। ਸੋ ਇਸ ਕਰਕੇ ਉਹਨਾਂ ਨੇ ਗੁਰਦੁਆਰਿਆਂ ਨੂੰ ਇਨਵਾਈਟ ਕੀਤਾ ਕਿ ਤੁਸੀਂ ਇੱਕ ਕਮੇਟੀ ਬਣਾਓ, ਵਰਕਿੰਗ ਗਰੁੱਪ ਬਣਾਓ, ਅਸੀਂ ਉਹਦੇ ਨਾਲ ਨੈਗੋਸ਼ੀਏਟ ਕਰਾਂਗੇ। ਸੋ ਇਸ ਤਰ੍ਹਾਂ ਇਹ ਸਫ਼ਰ ਸ਼ੁਰੂ ਹੋਇਆ ਗੱਲਬਾਤ ਦਾ ਜੀ। ਸੋ ਜਦੋਂ ਇਹ ਸਾਰਾ ਡਾਇਲੋਗ ਦੇ ਵਿੱਚ ਗਿਆ, ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ, ਸਾਰੇ ਹੀ ਤੁਹਾਡੇ ਤੇ ਤੁਸੀਂ ਇਸ ਦੀ ਪ੍ਰੋੜਤਾ ਕੀਤੀ ਕਿ ਮੈਂ ਨੈਚੁਰਲੀ ਇਸ ਦੇ ਉੱਤੇ ਡਿਸਕਸ਼ਨ ਕਰਨ ਦੇ ਲਈ ਤੁਹਾਡੇ ਨਾਲ ਜਦੋਂ ਰਾਬਤਾ ਕੀਤਾ, ਤੁਸੀਂ ਕਿਹਾ ਕਿ ਅਸੀਂ ਸਾਰਿਆਂ ਨੇ ਇਕੱਠਿਆਂ ਨੇ ਮਤਾ ਪਾਸ ਕੀਤਾ ਕਿ ਅਸੀਂ ਮੀਡੀਆ ਦੇ ਪੱਖੋਂ ਉਦੋਂ ਤੱਕ ਕੋਈ ਵੀ ਇਨਫੋਰਮੇਸ਼ਨ ਨਹੀਂ ਦੇਣੀ ਜਦ ਤੱਕ ਕਿ ਇਹ ਜਿਹੜਾ ਅੰਡਰ ਡਿਸਕਸ਼ਨ ਹੈ ਤੇ ਸਾਡੀ ਟੀਮ ਇਸ 'ਤੇ ਵਰਕ ਕਰ ਰਹੀ ਹੈ। ਸੋ ਜੋ ਕਿ ਤੁਹਾਡੀ ਸਾਰਿਆਂ ਦੀ ਯੂਨੀਫਾਈਡ ਇੱਕ ਡਿਸੀਜਨ ਜਿਹੜਾ ਪ੍ਰੋਸੈਸ ਸੀ ਉਸ ਦਾ ਇੱਕ ਅੰਗ ਸੀ, ਤੇ ਮੈਚੋਰਿਟੀ ਵੀ ਆਪਾਂ ਕਹਿ ਸਕਦੇ ਹਾਂ ਕਿ ਇਸ ਲੈਵਲ ਦੇ ਉੱਤੇ ਸਾਰੇ ਹੀ ਜਿਹੜੇ ਗੁਰੂ ਘਰ ਨੇ, ਐਸੋਸੀਏਸ਼ਨਸ ਨੇ, ਉਹਨਾਂ ਨੇ ਜਿਹੜੀ ਦਿਖਾਈ ਸੀ। ਇਸ ਦੇ ਵਿੱਚ ਖਾਸ ਕਰਕੇ ਜਿਵੇਂ ਹੁਣ ਆਪਾਂ ਜਾਣਦੇ ਹਾਂ, ਪਰ ਇੱਥੇ ਮੈਂ ਇੱਕ ਹੋਰ ਇੰਟਰਸਟਿੰਗ ਪੁਆਇੰਟ ਲਿਆਉਣਾ ਚਾਹੂੰਗਾ ਕਿ ਆਪਾਂ ਜਾਣਦੇ ਹਾਂ ਫਰੀਲੀ UK, USA, ਕੈਨੇਡਾ, ਸਿੰਗਾਪੁਰ, ਮਲੇਸ਼ੀਆ, ਤੁਸੀਂ ਆਪਣੇ ਲੈਟਰ ਹੈਡ ਦੇ ਉੱਤੇ ਵੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨੇ ਪਾਇਆ ਕਿ ਉੱਥੇ ਇਸ ਦੇ ਪੱਖੋਂ, ਕਿਉਂਕਿ ਕਾਮਨਵੈਲਥ ਕੰਟਰੀਜ਼ ਜਿਹੜੀਆਂ ਨੇ, ਇਹਨਾਂ ਦੇ ਥੱਲੇ ਮੈਜੋਰਿਟੀ ਜਿਹੜੀਆਂ ਮੈਂ ਹੁਣੀ ਕਹੀਆਂ ਉਹਨਾਂ USA ਨੂੰ ਛੱਡ ਕੇ, ਸੋ ਇਹਦੇ ਵਿੱਚ ਸਾਰਾ ਇਹ ਲਾਗੂ ਹੋਇਆ ਕਿ ਇਹ ਸਾਡੇ ਇੱਕ 5 ਕਕਾਰਾਂ ਦੇ ਪੱਖੋਂ ਇਹ ਰਿਲੀਜੀਅਸ ਜਿਹੜਾ ਹੈ, ਦੈਟਸ ਰਾਈਟ, ਸਿੰਬਲ ਹੈ। ਸੋ ਫਿਰ ਆਸਟ੍ਰੇਲੀਆ ਦੇ ਵਿੱਚ ਇਹ ਜਿਹੜਾ ਹੁਣ ਪ੍ਰੈਸੀਡੈਂਟ ਫਿਰ ਚੱਲਿਆ, ਡਾਇਲੋਗ ਦੇ ਪੱਖੋਂ ਤੁਸੀਂ
ਮੇਨ ਕੀ ਜਿਹੜੇ ਆਪਣੇ ਵੱਲੋਂ ਜਿਹੜੇ ਪੁਆਇੰਟਸ ਟੀਮ ਹੋਣਾ ਨੇ ਡਿਸਕਸ ਕਰਕੇ ਉਹਨਾਂ ਤੱਕ ਇਹ ਪ੍ਰੋੜਤਾ ਕੀਤੀ ਸੀ, ਉਹਦੇ ਬਾਰੇ ਵੀ ਥੋੜ੍ਹਾ ਦੱਸ ਦੇਣਾ ਇਨ ਟਰਮਸ ਆਫ ਕਿ ਸਟਿਕਿੰਗ ਪੁਆਇੰਟਸ ਕੀ ਸਨ, ਤਾਂ ਕਿ ਸਾਰੇ ਜਾਣ ਲੈਣ ਇਹ ਕੇਸ, ਕਿਉਂਕਿ ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਦੇ ਵਿੱਚ ਵੀ ਨੈਚੁਰਲੀ ਆ ਸਕਦਾ। ਹਾਂਜੀ, ਇਹ ਸਾਰੀਆਂ ਸਟੇਟਸ ਦੇ ਵਿੱਚ ਆਏਗਾ। ਆਸਟ੍ਰੇਲੀਆ ਦੀ ਸਟੇਟਸ ਦੇ ਵਿੱਚ ਹੋਰ ਵੀ ਕਈ ਸਟੇਟਾਂ ਨੇ ਨੋਟਿਸ ਦਿੱਤੇ ਹੋਏ ਨੇ ਆਪਣੇ ਪੁਲਿਸ ਕਮਿਸ਼ਨਰਸ ਨੂੰ ਐਂਡ ਅਥਾਰਟੀਜ਼ ਨੂੰ, ਸੋ ਉਹ ਵੀ ਵਾਚ ਕਰ ਰਹੇ ਨੇ ਨਿਊ ਸਾਊਥ ਵੇਲਜ਼ ਨੂੰ। ਮੈਂ ਤੇ ਦੱਸਦਾ ਕਿ ਜਿਹੜਾ ਮੀਡੀਆ ਦੇ ਵਿੱਚ ਜਾਣ ਦਾ ਸਵਾਲ ਸੀਗਾ, ਕਿਉਂਕਿ ਮੀਡੀਆ ਦੇ ਵਿੱਚ ਇਹ ਕੰਮ ਖਰਾਬ ਹੋਇਆ ਸੀ ਪਹਿਲਾਂ। ਸੋ ਗਵਰਨਮੈਂਟ ਨੇ ਵੀ ਕਿਹਾ ਵੀ ਅਸੀਂ ਮੀਡੀਆ 'ਚ ਨਹੀਂ ਜਾਣਾ ਚਾਹੁੰਦੇ, ਅਸੀਂ ਵੀ ਕਿਹਾ ਅਸੀਂ ਮੀਡੀਆ 'ਚ ਨਹੀਂ ਜਾਣਾ ਚਾਹੁੰਦੇ। ਦੇਖੋ, ਮੀਡੀਆ ਦਾ ਪ੍ਰੈਸ਼ਰ ਤਾਂ ਚਾਹੀਦਾ ਹੁੰਦਾ ਜੇ ਗਵਰਨਮੈਂਟ ਗੱਲ ਕਰਨ ਤੋਂ ਗਰੇਜ਼ ਕਰੇ ਜਾਂ ਸਾਡਾ ਭਾਈਚਾਰਾ ਗੱਲ ਕਰਨ ਤੋਂ ਗਰੇਜ਼ ਕਰੇ। ਨਾਰੇ ਮੁਜ਼ਾਹਰੇ ਪ੍ਰੋਟੈਸਟ ਤਾਂ ਕਰਨੇ ਹੁੰਦੇ ਆ ਗੱਲ ਕਹਿਣ ਨੂੰ ਵੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ। ਹੁਣ ਜਦੋਂ ਅਸੀਂ ਟੇਬਲ ਤੇ ਬਹਿ ਗਏ, ਉਹ ਸਾਰੇ ਕੰਮ ਪ੍ਰੈਸ਼ਰ ਜਿਹੜਾ ਖਤਮ ਹੋ ਗਿਆ, ਠੀਕ ਹੈ ਨਾ, ਫਿਰ ਸਾਨੂੰ ਪ੍ਰੈਸ਼ਰ ਪਾਉਣ ਦੀ ਕੀ ਲੋੜ ਪਈ ਹੈ। ਸੋ ਇਸ ਕਰਕੇ ਉਹ ਸਾਡੇ ਪ੍ਰੈਸ ਰਿਲੀਜ਼ ਦੇ ਨਾਲ ਹੀ ASA ਦੇ ਲੈਟਰ ਪੈਡ ਤੇ ਜਿਹੜੀ ਉਹਦੇ ਨਾਲ ਹੀ ਇੰਨਾ ਪ੍ਰੈਸ਼ਰ ਹੋ ਗਿਆ ਕਿ ਅਸੀਂ ਟੇਬਲ ਤੇ ਉਹ ਦੂਜੇ ਦਿਨ ਹੀ ਬਹਿ ਗਏ। ਸੋ ਇਸ ਕਰਕੇ ਮੀਡੀਆ ਦੇ ਵਿੱਚ ਮਨਫੀ। ਦੂਜਾ ਗੱਲ ਇਹ ਆ ਵੀ ਜਦੋਂ ਡਿਪਲੋਮੇਸੀ ਹੁੰਦੀ ਆ, ਸਾਡੇ ਜਿਹੜਾ ਗਰੁੱਪ ਫੋਰਚੂਨੇਟਲੀ ਇਦਾਂ ਦਾ ਬਣਿਆ ਕਿ ਉਹ ਸਾਰੇ ਬੜੇ ਤਜਰਬੇਕਾਰ ਐਕਸਪੀਰੀਅੰਸ, ਤੇ ਸਾਡੇ ਨਾਲ ਬੈਰਿਸਟਰ ਸਿਡਨੀ ਤੋਂ ਇੱਥੋਂ ਦੇ ਤੀਜੀ ਪੀੜ੍ਹੀ ਦੇ ਬੋਰਨ ਸਿੱਖ ਨੌਜਵਾਨ ਜੀ, ਉਹ ਸਾਡੇ ਨਾਲ ਜੁੜ ਗਏ ਸੇਵਾ ਦੇ ਤੌਰ ਤੇ। ਤੇ ਇੰਨੇ ਕੁ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਮੀਟਿੰਗਸ ਹੋਈਆਂ ਤੇ ਹੈਰਾਨ ਪਰੇਸ਼ਾਨ ਰਹਿ ਗਏ, ਮਤਲਬ ਡਿਪਾਰਟਮੈਂਟ ਵਾਲੇ ਵੀ, ਮਤਲਬ ਇੱਕੋ ਹੀ ਤੋੜ ਦੇ ਦੋਨੋਂ ਪਾਸਿਓਂ ਮੀਟਿੰਗਾਂ ਚੱਲਦੀਆਂ ਸੀ। ਮਤਲਬ ਤੁਸੀਂ ਇਮੇਜਿਨ ਨਹੀਂ ਕਰ ਸਕਦੇ, ਤਾਂ ਫਿਲਮਾਂ 'ਚ ਹੁੰਦਾ ਇਸ ਤਰ੍ਹਾਂ ਹੀ ਚੱਲ ਰਿਹਾ ਸੀ ਕੰਮ ਜੀ। ਤੇ ਸੋ ਇਸ ਕਰਕੇ ਹੁਣ ਸਾਡਾ ਭਾਈਚਾਰੇ ਦੀ ਮੀਟਿੰਗ ਦਾ ਮਤਲਬ ਕੀ ਹੁੰਦਾ ਕਿ ਜਿਹੜਾ ਮਰਜ਼ੀ ਜਾ ਵੜੋ ਮੀਟਿੰਗ ਦੇ ਵਿੱਚ, ਸਾਨੂੰ ਦੱਸੋ ਕੀ ਹੋਇਆ ਮੀਟਿੰਗ 'ਚ, ਸਾਨੂੰ ਰਨਿੰਗ ਕਮੈਂਟਰੀ ਚਾਹੀਦੀ ਆ, ਤੁਸੀਂ ਕੀ ਕਿਹਾ ਤੇ ਉਹਨੇ ਕੀ ਕਿਹਾ ਜੀ, ਹਨਾ। ਜਿਹੜੀਆਂ ਇਸ ਲੈਵਲ ਦੀਆਂ ਮੀਟਿੰਗਾਂ ਹੁੰਦੀਆਂ, ਡਿਪਾਰਟਮੈਂਟਲ ਲੈਵਲ ਦੀਆਂ ਮੀਟਿੰਗਾਂ ਹੁੰਦੀਆਂ ਦੇਸ਼ਾਂ ਨੇ, ਉਹਨਾਂ ਦੇ ਵਿੱਚ ਬਿਲਕੁਲ ਨਹੀਂ ਏਦਾਂ ਚੱਲਦਾ ਹੈਗਾ। ਦੇ ਆਰ ਵੈਰੀ ਡਿਫਰੈਂਟ, ਰਾਈਟ। ਸੋ ਸਾਡੀ ਕਮਿਊਨਿਟੀ ਦੇ ਵਿੱਚ 2-4% ਐਕਸਪੈਕਟੇਸ਼ਨਸ ਇਹ ਸੀ ਕਿ ਮੀਟਿੰਗ ਕਰਕੇ ਆਓ ਤੇ ਫਿਰ ਸਾਨੂੰ ਦੱਸੋ ਤੇ ਫਿਰ ਅਸੀਂ ਦੱਸਾਂਗੇ ਤੁਹਾਨੂੰ ਤੁਸੀਂ ਕੀ ਕਰਨਾ ਹੈ। ਫਿਰ ਇਹ ਮੈਂਟੈਲਿਟੀ ਹਜੇ ਵੀ ਲੋਕ ਰੱਖਦੇ ਨੇ ਕਈ, ਤੇ ਪਰ ਇਸ ਤਰ੍ਹਾਂ ਕਦੇ ਵੀ ਨਹੀਂ, ਕੋਈ ਵੀ ਗੱਲ ਸਿਰੇ ਨਹੀਂ ਚੜ੍ਹਦੀ। ਤੁਸੀਂ ਕਿਸਾਨ ਮੋਰਚਾ ਦੇਖ ਲਓ, ਇਸੇ ਗੱਲ ਕਰਕੇ ਫੇਲ ਹੋਇਆ, ਲੈਕ ਆਫ ਪ੍ਰੋਫੈਸ਼ਨਲਿਜ਼ਮ। ਪਤਾ ਹੀ ਨਹੀਂ ਮੀਟਿੰਗਸ ਦੇ ਵਿੱਚ ਕਿੱਦਾਂ ਅਟੈਂਡ ਕਰਨਾ, ਕਿੱਦਾਂ ਸੀਕ੍ਰੇਸੀ ਰੱਖਣੀ ਹੈ, ਕਿੱਦਾਂ ਆਪਣੇ ਆਨਰ ਕਰਨਾ ਜਿਹੜੇ ਤੁਸੀਂ ਕਹਿ ਦਿੱਤਾ ਹੈ, ਹਨਾ। ਜਾਂ ਤਾਂ ਤੁਸੀਂ ਉੱਤੇ ਜਾਓ ਨਾ, ਜੇ ਗਏ ਆ ਤਾਂ ਤੁਹਾਡੇ ਕੋਲ ਪੂਰੀ ਅਥਾਰਟੀ ਹੋਣੀ ਚਾਹੀਦੀ ਹੈ, ਐਂਡ ਦੈਟਸ ਵਾਟ ਐਗਜ਼ੈਕਟਲੀ ਵੀ ਡਿਡ, ਹਨਾ। ਤੇ ਇੱਕ ਤਾਂ ਇਹ ਗੱਲ ਸੀਗੀ ਵੀ ਜਿਹੜਾ ਲੈਵਲ ਆਫ ਪ੍ਰੋਫੈਸ਼ਨਲਿਜ਼ਮ ਸਾਡੇ ਗਰੁੱਪ ਦਾ ਸੀ, ਸਾਰੇ ਮਤਲਬ ਬਹੁਤ ਹੀ ਵਧੀਆ ਗਰੁੱਪ ਬਣਿਆ, ਮਹਾਰਾਜ ਨੇ ਆਪ ਅੰਗ ਸੰਗ ਹੋ ਕੇ ਸਾਰਿਆਂ ਨੂੰ ਇਕੱਠੇ ਕੀਤਾ, ਉਹ ਇੱਕ ਕੀ ਫੈਕਟਰ ਸੀਗਾ। ਦੂਜਾ ਜਿਹੜਾ ਸੀਗਾ, ਤੁਸੀਂ ਵਿਦੇਸ਼ਾਂ ਦੀ ਗੱਲ ਕਰਦੇ ਆ, ਅਸੀਂ ਵੀ ਆਪਣੀ ਪੂਰੀ ਰਿਸਰਚ ਕੀਤੀ ਤੇ ਡਿਪਾਰਟਮੈਂਟ ਨੇ ਵੀ ਪੂਰੀ ਰਿਸਰਚ ਕੀਤੀ ਹੋਈ ਸੀ। ਉਹ ਵੀ ਆਪਣੇ ਪੇਪਰ ਮੂਹਰੇ ਰੱਖਦੇ ਸੀ, ਆਹ ਕੈਨੇਡਾ ਦਾ ਮਾਡਲ ਹੈ, ਆਹ ਇੰਗਲੈਂਡ ਦਾ ਮਾਡਲ ਹੈ, ਪਹਿਲਾਂ ਹੀ ਲਾਗੂ ਹੈ ਨਿਊ ਸਾਊਥ ਵੇਲਸ ਕਰੈਕਸ਼ਨਲ ਸਰਵਿਸਿਜ਼ 7.5 ਸੈਂਟੀਮੀਟਰ ਅਡਲਟ ਪਾ ਰਹੇ ਨੇ, ਤੇ ਬੱਚੇ ਨੂੰ ਤੁਸੀਂ ਵੱਡਾ ਕਿਉਂ ਕਹਿ ਰਹੇ ਹੋ, ਉਹ ਤਾਂ ਪਹਿਲੇ ਮੰਨੇ ਹੋਏ ਨੇ ਜੀ। ਸੋ ਉਹ ਸਾਰੇ ਆਪਣੇ ਤੀਰ ਜਿਹੜੇ ਉਹਨਾਂ ਨੇ ਵੀ ਤਰਕਸ਼ 'ਚ ਭਰੇ ਹੋਏ ਸੀ, ਤੇ ਅਸੀਂ ਵੀ ਇੱਧਰੋਂ ਪੂਰੀ ਰਿਸਰਚ ਕਾਊਂਟਰ ਉਹਨਾਂ ਦਾ ਪਹਿਲਾਂ ਹੀ ਕੀਤਾ ਹੋਇਆ ਸੀ। ਸੋ ਇਸ ਤਰ੍ਹਾਂ ਜਿਹੜੀਆਂ ਨੈਗੋਸ਼ੀਏਸ਼ਨਾਂ ਚੱਲਦੀਆਂ ਹੁੰਦੀਆਂ, ਇੱਕ ਪੁਆਇੰਟ ਤੇ ਅਗਰੀ ਹੋ ਗਏ, ਇੱਕ ਤੇ ਨਹੀਂ ਹੋਏ, ਇੱਕ ਤੇ ਥੋੜਾ ਉਹ ਝੁਕ ਗਏ, ਇੱਕ ਤੇ ਅਸੀਂ ਝੁਕ ਗਏ। ਸੋ ਏਦਾਂ ਚੱਲਦੇ ਚੱਲਦੇ ਸੀਰੀਜ਼ ਆਫ ਮੀਟਿੰਗ ਚੱਲੀਆਂ। ਪ੍ਰਸ਼ੋਤਮ ਸਿੰਘ ਹੁਣੀ ਗ੍ਰਿਫਤ ਤੋਂ ਆਉਂਦੇ ਰਹੇ, ਅਸੀਂ ਇੱਧਰੋਂ ਜਾਂਦੇ ਰਹੇ ਹਾਂ, ਮਤਲਬ ਵੀ ਡਿਡ ਲੋਟ ਆਫ ਹਾਰਡ ਵਰਕ। ਸਾਰਿਆਂ ਨੂੰ, ਮਤਲਬ ਸਿਡਨੀ ਤੇ ਸਾਰੇ ਗੁਰੂ ਘਰ ਜਿਹੜੇ ਨੇ ਉਹਨਾਂ ਦੇ ਨੁਮਾਇੰਦੇ ਦਿਨ ਰਾਤ ਕੰਮ ਕੀਤਾ। ਤੇ ਜਿਹੜੀ ਬਾਕੀ ਸਟੇਟਸ ਦੇ ਗੁਰੂ ਘਰ ਹੈ, ਉਹ ਵੀ ਨਾਲ ਦੀ ਨਾਲ ਅਸੀਂ ਸੰਪਰਕ 'ਚ ਰੱਖੇ ਨੇ। ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨਿਊ ਸਾਊਥ ਵੇਲਸ ਦੇ ਵਿੱਚ ਹੈ, ਜਿਹੜੀਆਂ ਜਿਸ ਤਰ੍ਹਾਂ ਅੰਮ੍ਰਿਤ ਛਕਾਉਣੀਆਂ ਨੇ, ਟਕਸਾਲ ਹੋ ਗਏ, ਅਖੰਡ ਕੀਰਤਨ ਜਥਾ ਹੋ ਗਿਆ, ਤੇ ਯੂਨਾਈਟਿਡ ਸਿੱਖਸ ਖਾਲਸਾ ਏਡ ਐਂਡ ਲੋਟ ਆਫ ਆਰਗੇਨਾਈਜੇਸ਼ਨ, ਸਿੱਖ ਯੂਥ ਹੈ ਨਾ, ਯੂਥ ਦੀਆਂ ਹੋਰ ਕਈ ਆਰਗੇਨਾਈਜੇਸ਼ਨ ਹੈ। ਅਸੀਂ ਉਹਨਾਂ ਨਾਲ ਵੀ ਲਗਾਤਾਰ ਮੀਟਿੰਗਸ ਕਰਦੇ ਰਹੇ, ਉਹਨਾਂ ਤੋਂ ਪੁੱਛਦੇ ਰਹੇ ਵੀ ਤੁਸੀਂ ਸੁਝਾਅ ਦਿਓ। ਅਸੀਂ ਇੱਕ ਈਮੇਲ ਵੀ ਖੋਲੀ ਹੋਈ ਆ ਵੀ ਤੁਸੀਂ ਉੱਤੇ ਆਪਣੇ ਸੁਝਾਅ ਭੇਜੋ ਲਿਖ ਕੇ, ਤੇ ਵਰਬਲ ਨਹੀਂ। ਸੋ ਇਸ ਕਰਕੇ ਉਹ ਲਿਖਤੀ ਰੂਪ ਦੇ ਵਿੱਚ ਬਹੁਤ ਸੁਝਾਅ ਆਏ ਆ, ਉਹਨਾਂ ਚੋਂ ਬੜੀਆਂ ਵਧੀਆ ਵਧੀਆ ਗੱਲਾਂ ਨਿਕਲੀਆਂ ਨੇ। ਉਹ ਸਾਡੇ ਲਾਇਰ ਨੇ ਸਾਰੀਆਂ ਪ੍ਰੋਸੈਸ ਕੀਤੀਆਂ ਨੇ। ਹਜੇ ਵੀ ਅਸੀਂ ਕਹਿ ਰਹੇ ਹਾਂ ਕਿ ਹਜੇ ਵੀ ਤੁਸੀਂ ਭੇਜ ਸਕਦੇ ਹੋ। ਸੋ ਅਸੀਂ ਇੱਕ ਪ੍ਰੋਪਰ ਪ੍ਰੋਸੀਜਰ ਤੇ ਮੈਕੈਨਿਜ਼ਮ ਬਣਾਇਆ, ਜਿਹਦੇ ਨਾਲ ਅਸੀਂ ਨੈਗੋਸ਼ੀਏਟ ਵੀ ਕਰ ਸਕੇ, ਸੀਕ੍ਰੇਸੀ ਵੀ ਰਹੀ, ਗੱਲ ਲੀਕ ਵੀ ਨਹੀਂ ਹੋਈ, ਤੇ ਅਸੀਂ ਕਮਿਊਨੀਕੇਸ਼ਨ ਵੀ ਆਪਣੀ ਪੂਰੀ ਰੱਖੀ ਸੰਬੰਧਿਤ ਧਿਰਾਂ ਦੇ ਨਾਲ। ਸੋ ਉਹ ਸਾਰਾ ਕੁਝ ਬੜਾ ਵਧੀਆ ਚੱਲਿਆ। ਸੋ ਇਹ ਉਸ ਦੇ ਵਿੱਚ ਜਿਹੜੇ ਹੁਣ ਕੀ ਪੁਆਇੰਟਸ ਤੁਹਾਨੂੰ ਦੱਸ ਦਿੰਦੇ ਹਾਂ
ਕੀ ਪੁਆਇੰਟ ਸੀਗੇ ਤੇ ਵੈਲਡਿੰਗ ਦੀ ਆਪਸ਼ਨ ਉਹਨਾਂ ਨੇ ਦਿੱਤੀ ਸੀ ਵੀ ਵੈਲਡ ਕਰ ਦੇਣੀ ਹੈ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਕਿਸੇ ਨੇ ਦੱਸਿਆ ਹੋਊਗਾ ਜਾਂ ਬਾਹਰੋਂ ਉਹਨਾਂ ਨੇ ਆਪੇ ਰਿਸਰਚ ਕੀਤੀ ਹੋਊਗੀ। ਉਹ ਅਸੀਂ ਉਹਨਾਂ ਤੋਂ ਖਾਰਜ ਕੀਤੀ ਵੀ ਨਹੀਂ, ਅਸੀਂ ਨਹੀਂ ਇਸ ਤਰ੍ਹਾਂ ਕਰ ਸਕਦੇ। ਪਰ ਚੇਨ, ਕਿਉਂਕਿ ਆਮ ਤੌਰ ਤੇ ਚੇਨ ਵਾਲੀਆਂ ਸ਼੍ਰੀ ਸਾਹਿਬ ਮਿਲਦੇ ਨੇ ਸਾਨੂੰ, ਇੱਥੇ ਸ਼ਾਪ ਤੋਂ ਹੀ ਮਿਲ ਗਏ ਸੀ, ਤੇ ਉਹਨੂੰ ਅਸੀਂ ਲੈ ਗਏ ਵੀ ਇਹ ਆਪਸ਼ਨ ਦੇ ਦਿਓ, ਕੱਪੜੇ 'ਚ ਸੀਣ ਦੀ ਆਪਸ਼ਨ ਦੇ ਦਿਓ, ਤੇ ਉਹ ਮੰਨ ਗਏ। ਉਸ ਤੋਂ ਸਾਈਜ਼ ਦਾ ਜਿਹੜਾ ਉਹਨੇ 6.5 ਸੈਂਟੀਮੀਟਰ ਉਹਨੇ ਹੱਥਾਂ ਤੇ ਬਲੇਡ ਕੀਤਾ ਸੀ, ਜਿਹੜਾ ਕਿ ਖਿਡੌਣਾ ਟਾਈਪ ਹੁੰਦਾ ਜੀ, ਖਿਡੌਣੇ ਵਾਂਗਰ, ਤੇ ਉਹ ਤਾਂ ਅਸੀਂ ਸਿੱਧਾ ਹੀ ਖਾਰਜ ਕਰਤਾ ਵੀ ਨਹੀਂ, ਅਸੀਂ ਇਹ ਤੁਹਾਨੂੰ ਇਹ ਕਰ ਹੀ ਨਹੀਂ ਸਕਦੇ, ਕਿਉਂਕਿ ਅਕਾਲ ਤਖਤ ਸਾਹਿਬ ਨੇ ਇਹਦਾ ਨਾ ਹੀ ਕਰ ਦੇਣੀ ਹੈ। ਵੈਸੇ ਅਸੀਂ ਉਹਨਾਂ ਨੂੰ, ਅਕਾਲ ਤਖਤ ਸਾਹਿਬ ਨੂੰ ਵੀ ਅਸੀਂ ਲਗਾਤਾਰ ਸੰਪਰਕ 'ਚ ਰੱਖ ਰਹੇ ਸੀ ਤੇ ਉਹਨਾਂ ਤੋਂ ਵੀ ਪੁੱਛ ਰਹੇ ਸੀ, ਤੇ ਉਹਨਾਂ ਨੇ ਵੀ ਕਹਿਤਾ ਵੀ 6 ਸੈਂਟੀਮੀਟਰ ਤਾਂ ਅਸੀਂ ਤੁਹਾਨੂੰ ਹਾਂ ਕਰ ਹੀ ਨਹੀਂ ਸਕਦੇ ਕਦੇ ਵੀ, ਸੋ ਤੁਸੀਂ ਵੱਧ ਤੋਂ ਵੱਧ ਜਾਣ ਦੀ ਕੋਸ਼ਿਸ਼ ਕਰੋ। ਤਾਂ ਉਹ ਅਸੀਂ ਉਹਨਾਂ ਨੂੰ ਮੀਟਿੰਗ 'ਚ ਉੱਥੇ ਦੱਸਤਾ ਵੀ 6 ਸੈਂਟੀਮੀਟਰ ਦੀ ਜੇ ਤੁਸੀਂ ਹਿੱਲਣਾ ਨਹੀਂ ਇੱਥੋਂ ਤਾਂ ਸਮਝੋ ਇਹ ਹੋਣੀ ਨਹੀਂ ਹੈਗੀ ਜੀ। ਤੇ ਉਹਨਾਂ ਨੂੰ ਸੈਂਪਲ ਵੀ ਦਿਖਾਲਤੇ ਵੀ ਆਹ ਦੇਖੋ ਆਹ ਪਾਏ ਹੋਏ ਨੇ, ਤੇ ਉਹ ਕਨਵਿੰਸ ਹੋਏ ਪੂਰੇ ਜਦੋਂ ਅਸੀਂ ਐਗਜ਼ੀਬਿਟ ਦਿੱਤੇ ਸਾਰੇ। ਸੋ ਇਹ ਸਟਿਕਿੰਗ ਪੁਆਇੰਟ ਸੀ, ਉੱਤੇ ਉਹਨਾਂ ਨੇ ਕੋਈ ਇਤਰਾਜ਼ ਨਹੀਂ ਜ਼ਾਹਰ ਕੀਤਾ। ਤੇ ਇੱਕ ਸੀਗਾ ਸਪੋਰਟਸ ਦਾ, ਵੀ ਸਪੋਰਟਸ ਤੇ ਲਾ ਕੇ ਰੱਖਣੀ ਹੈ ਸਾਰੀਆਂ ਸਪੋਰਟਸ, ਉਹ ਅਸੀਂ ਉਹਨਾਂ ਨੂੰ ਅਲਟਰਨੇਟਿਵ ਦਿੱਤਾ ਵੀ ਨਹੀਂ, ਕਮਰ ਕੱਸੇ ਨਾਲ ਕੀਤਾ ਜਾ ਸਕਦਾ। ਅਸੀਂ ਪਾ ਕੇ ਕਰਕੇ ਪ੍ਰੈਕਟੀਕਲੀ ਦਿਖਾ ਲਿਆ ਉਹਨਾਂ ਨੂੰ ਜੀ ਵੀ ਏਦਾਂ। ਸੋ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਕਨਵਿੰਸ ਕੀਤਾ ਸਾਰਿਆਂ ਨੂੰ। ਤੇ ਦੇਖੋ ਡਿਪਾਰਟਮੈਂਟ ਇਹ ਕਹਿ ਰਿਹਾ ਸੀ ਕਿ ਸਾਨੂੰ ਤੁਸੀਂ ਸਿਰਫ ਸੇਫਟੀ ਦਾ ਅਸ਼ੋਰਟੀ ਦੇ ਦਿਓ ਵੀ ਇਹ ਬੱਚਾ ਕੱਢ ਕੇ ਕਿਰਪਾਨ ਵਰਤ ਨਹੀਂ ਸਕਦਾ, ਜਾਂ ਕੋਈ ਹੋਰ ਇਸ ਬੱਚੇ ਦੀ ਕਿਰਪਾਨ ਬੁਲੀ ਕਰਕੇ ਕੱਢ ਕੇ ਉਹਦੇ ਤੇ ਨਹੀਂ ਵਰਤ ਸਕਦਾ ਜੀ, ਸਾਨੂੰ ਇੰਨੀ ਅਸ਼ੋਰਟੀ ਦੇ ਦਿਓ, ਦੈਟਸ ਇਟ, ਹਨਾ। ਅਸੀਂ ਇਹਨੂੰ ਲਾਅ ਬਣਾਵਾਂਗੇ, ਕੋਈ ਵੀ ਨਿਊ ਸਾਊਥ ਵੇਲਜ਼ ਦਾ ਸਕੂਲ ਇਹਨੂੰ ਨਾ ਨਹੀਂ ਕਰ ਸਕੇਗਾ ਤੋਂ ਬਾਅਦ ਅੰਮ੍ਰਿਤਧਾਰੀ ਹੋਣ। ਹੁਣ ਇੰਗਲੈਂਡ ਦਾ ਕੰਪੈਰੀਟਿਵਲੀ ਆਪਾਂ ਦੇਖਦੇ ਹਾਂ, ਤੇ ਇੰਗਲੈਂਡ ਦੇ ਵਿੱਚ ਜਿਹੜਾ ਲਾਅ ਹਜੇ ਲੈਜਿਸਲੇਸ਼ਨ ਬਣਨੀ ਹੈ, ਉਹ ਹਜੇ ਫਿਲਹਾਲ ਪ੍ਰਿੰਸੀਪਲ ਦੀ ਡਿਸਕ੍ਰੈਸ਼ਨ ਤੇ ਆ ਤੇ ਉਹ ਜੇ ਅਲਾਉ ਕਰਦਾ, ਜੇ ਪ੍ਰਿੰਸੀਪਲ ਕਹਿ ਦੇਵੇ ਨਹੀਂ ਮੈਂ ਨਹੀਂ ਵੇ ਅਲਾਉ ਕਰਦਾ, ਉੱਥੇ ਫੇਰ ਕਲੇਸ਼ ਪੈ ਜਾਣਾ, ਕੋਰਟਾਂ ਕਚਹਿਰੀਆਂ, ਸਾਲ 2 ਸਾਲ 6 ਮਹੀਨੇ, ਉੱਥੇ ਫੇਰ 2 ਮਹੀਨੇ ਬਾਅਦ ਕਿਸੇ ਹੋਰ ਕਾਉਂਟੀ ਦੇ ਨੇ ਨਾ ਕਰਤੀ। ਸੋ ਬਾਈ ਲਾਅ ਦੇ ਕੈਨ, ਉੱਥੇ ਕੋਈ ਲਾਅ ਹੈ ਨਹੀਂ, ਠੀਕ ਹੈ। ਸੋ ਅਸੀਂ ਇਹ ਵੀ ਨਹੀਂ ਸੀ ਚਾਹੁੰਦੇ ਕਿ ਹਰੇਕ ਤੀਜੇ ਮਹੀਨੇ ਕੋਈ ਨਾ ਕੋਈ ਇਹੋ ਜਿਹਾ ਇੰਸੀਡੈਂਟ ਹੋਇਆ ਰਵੇ ਤੇ ਸਾਰੀ ਕੌਮ ਜਿਹੜੀ ਹੈ ਫਿਰ ਕੋਟਾਂ ਕਚਹਿਰੀਆਂ ਜਾਂ ਮੀਟਿੰਗਾਂ ਦੇ ਵਿੱਚ। ਅਸੀਂ ਵੀ ਪੱਕਾ ਹੱਲ ਇਹਦਾ ਚਾਹੁੰਦੇ ਸੀ, ਸਰਕਾਰ ਵੀ ਪੱਕਾ ਹੱਲ ਚਾਹੁੰਦੀ ਸੀ ਜੀ। ਐਂਡ ਸੋ ਇਹ ਸਾਰੀ ਫਿਰ ਡਿਸਕਸ਼ਨ ਕਿੰਨੀ ਕੁ ਦੇਰ ਸਭ ਚੱਲੀ ਜਿਹੜੀ ਆ, ਕਿਉਂਕਿ ਨੈਚੁਰਲੀ ਤੁਸੀਂ ਇਹ ਸਾਰੇ ਵੋਲੰਟੀਅਰ ਦੇ ਤੌਰ ਦੇ ਉੱਤੇ ਇਹ ਸਾਰੇ ਵਰਕ ਕਰ ਰਹੇ ਸੀਗੇ, ਸੋ ਨੈਚੁਰਲੀ ਵਰਚੁਅਲ ਮੀਟਿੰਗਸ ਵੀ ਕਾਫੀ ਹੋਈਆਂ ਹੋਣੀਆਂ। ਹਾਂਜੀ, ਸਾਡੀਆਂ ਕਾਫੀ ਫਿਜ਼ੀਕਲ ਮੀਟਿੰਗ ਹੋਈਆਂ, ਤੇ ਮੈਨੂੰ ਲੱਗਦਾ ਸਾਡੀ 80% ਵਰਚੁਅਲ ਮੀਟਿੰਗਸ ਹੁੰਦੀਆਂ ਰਹੀਆਂ, ਤੇ ਦਿਨ ਦੀਆਂ 2-2 3-3 ਵੀ ਹੁੰਦੀਆਂ, ਔਰ ਕੱਲੀਆਂ ਡਿਪਾਰਟਮੈਂਟ ਨਾਲ ਨਹੀਂ ਹੋ ਰਹੀਆਂ, ਆਪਣੀ ਕਮਿਊਨਿਟੀ ਦੇ ਨਾਲ ਵੀ ਕਾਫੀ ਹੋ ਰਹੀਆਂ। ਅਸੀਂ ਸਾਰੇ ਗੁਰੂ ਘਰਾਂ ਨੂੰ ਵੀ ਕੰਟੈਕਟ 'ਚ ਰੱਖਿਆ ਹੋਇਆ ਆ, ਤੇ ਅਸੀਂ ਅਟੈਂਡ ਵੀ ਕਰ ਰਹੇ ਹਾਂ। ਹੁਣ ਤਾਂ ਅਸੀਂ ਕੱਲ ਤੋਂ ਇਹ ਵੀ ਡਿਕਲੇਅਰ ਕੀਤਾ ਕਿ ਅਸੀਂ ਆਪਣਾ ਨੰਬਰ ਵੀ ਦਿੱਤਾ ਹੋਇਆ ਕਿ ਡਾਇਰੈਕਟ ਕਾਲ ਕਰਕੇ ਸਾਤੋਂ ਪੁੱਛ ਸਕਦਾ ਹੈ। ਅਸੀਂ ਨੰਬਰ ਮੰਗ ਰਹੇ, ਸਾਨੂੰ ਦੇ ਦਿਓ, ਅਸੀਂ ਕਾਲ ਕਰ ਲੈਂਦੇ ਹਾਂ। ਸੋ ਵੀ ਆਰ ਫੁੱਲ ਟਾਈਮ, ਐਵਰੀਬਡੀ 10 ਜਣੇ ਫੁੱਲ ਟਾਈਮ ਤੇ, ਨਾਲ ਹੋਰ ਵੀ ਅਸਿਸਟ ਕਰ ਰਹੇ ਨੇ। ਲੋਟ ਆਫ ਮੀਟਿੰਗਸ। ਇਹ ਸਿੰਪਲ ਨਹੀਂ ਹੈਗਾ ਇਹ ਕੰਮ, ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ। ਸੋ ਹੁਣ ਗਰਾਊਂਡ ਲੈਵਲ ਤੇ ਰੀਅਲ ਟਾਈਮ ਜਿਹੜੀ ਸਥਿਤੀ ਕੀ ਹੈਗੀ ਆ, ਸੋ ਵਾਟਸ ਦੀ ਫਾਈਨਲ ਜਿਹੜੀ ਹੁਣ ਤੱਕ ਦੀ ਅਪਡੇਟ ਹੈ ਜੀ? ਹਾਂਜੀ, ਉਹ ਜਿਹੜਾ ਪ੍ਰਪੋਜ਼ਲ ਅਸੀਂ ਵਰਕਆਊਟ ਕੀਤਾ ਸੀ ਇਕੱਠਿਆਂ ਨੇ, ਡਿਪਾਰਟਮੈਂਟ ਤੇ ਸਾਡੇ ਗਰੁੱਪ ਨੇ, ਉਹ ਸਰਕਾਰ ਕਹਿ ਰਹੀ ਹੈ ਕਿ ਅਸੀਂ ਹੁਣ ਪਬਲਿਕ ਕੰਸਲਟੇਸ਼ਨ ਓਪਨ ਕਰਨੀ ਹੈ ਸਾਰੇ ਨਿਊ ਸਾਊਥ ਵੇਲਜ਼ ਦੇ ਲਈ, ਵੀ ਇਹਦੇ ਵਿੱਚ ਕੋਈ ਵੀ ਆਪਣਾ ਇਨਪੁਟ ਦੇ ਸਕਦਾ ਹੈ, ਤੇ ਉਹਨਾਂ ਨੇ ਉਹ ਚੜਾਇਆ ਹੋਇਆ। ਤੇ ਅਸੀਂ ਥੋੜਾ ਇਤਰਾਜ਼ ਕਰ ਰਹੇ ਸੀ, ਕਿਉਂਕਿ ਮੇਨ ਸਟ੍ਰੀਮ ਕਮਿਊਨਿਟੀ ਨੂੰ ਦਾ ਇਹਦੇ ਬਾਰੇ ਪਤਾ ਹੀ ਨਹੀਂ, ਕਿਰਪਾਨ ਦੀ ਅਹਿਮੀਅਤ ਬਾਰੇ, ਤੇ ਅਸੀਂ ਬਹੁਤ ਸਾਰੇ ਡਾਕੂਮੈਂਟ ਵੀ ਤਿਆਰ ਕੀਤੇ ਆ ਇਹਦੀ ਸਪੋਰਟ ਦੇ ਲਈ। ਉਹ ਕਹਿੰਦੇ ਨਹੀਂ, ਅਸੀਂ ਪਹਿਲਾਂ ਜਿਹੜਾ ਡਿਸੀਜਨ ਲਿਆ ਉਹ ਸਾਡੀ ਗਲਤੀ ਸੀ ਕਿ ਅਸੀਂ ਇੱਕਦਮ ਲੈ ਲਿਆ, ਪਬਲਿਕ ਨੂੰ ਪੁੱਛਿਆ ਨਹੀਂ, ਤੁਹਾਨੂੰ ਨਹੀਂ ਪੁੱਛਿਆ, ਇਸ ਕਰਕੇ ਹੁਣ ਅਸੀਂ ਦੁਬਾਰਾ ਗਲਤੀ ਨਹੀਂ ਕਰਨਾ ਚਾਹੁੰਦੇ। ਸੋ ਅਸੀਂ ਇੱਕ ਮੌਕਾ ਦੇਣਾ ਚਾਹੁੰਦੇ ਸਾਰੇ ਨਿਊ ਸਾਊਥ ਵੇਲਜ਼ ਨੂੰ, ਸਾਰੇ ਜਿਹੜੇ ਹੁਣ ਕਈ ਗਰੁੱਪ ਫੀਲ ਕਰ ਰਹੇ ਆ, ਮੈਂ ਤੁਹਾਨੂੰ ਇੱਥੇ ਦੱਸ ਦਿੰਦਾ, ਕਈ ਇੰਡੀਵਿਜੂਅਲ ਇਹ ਫੀਲ ਕਰ ਰਹੇ ਨੇ ਕਿ ਅਸੀਂ ਕਮੇਟੀ 'ਚ ਹੋਣੇ ਚਾਹੀਦੇ ਸੀ, ਸਾਨੂੰ ਕੱਲ ਹੀ ਨਹੀਂ ਲਿਆ, ਹਨਾ, ਅਸੀਂ ਵੀ ਸੇ ਕਹਿਣਾ। ਸੋ ਅਸੀਂ ਸੋਚਦੇ ਵੀ ਇਹ ਬਹੁਤ ਵਧੀਆ ਮੌਕਾ ਹੈ, ਉਹ ਆਪਣੀ ਸੇ ਕਹਿ ਸਕਦੇ ਆ, ਉਹ ਸਿੱਧੀ ਸਰਕਾਰ ਤੱਕ ਜਾਏਗੀ, ਸਾਨੂੰ ਵੀ ਬਾਈਪਾਸ ਕਰ ਜਾਏਗੀ ਜੀ। ਸੋ ਦੇ ਕੈਨ ਡੂ ਇਟ। ਅਗਰ ਸਹਿਮਤੀ ਹੈ, ਨਹੀਂ ਸਹਿਮਤੀ, ਐਨੀਥਿੰਗ, ਜਸਟ ਮਤਲਬ ਈਮੇਲ ਦੇ ਰਾਹੀਂ ਉਸ ਫੀਡਬੈਕ ਤੇ ਆਪਣਾ ਰਜਿਸਟਰ ਕਰਾ ਸਕਦੇ ਨੇ। ਉਹਦੀ 1-2 ਦਿਨ 'ਚ ਅਸੈਸਮੈਂਟ ਹੋਏਗੀ, 25 ਤਰੀਕ ਨੂੰ ਬੰਦ ਹੋਏਗਾ ਉਹ, ਤੇ ਉਸ ਤੋਂ ਬਾਅਦ ਫਿਰ ਜਿਹੜਾ ਫੈਸਲਾ ਲਿਆ ਜਾਵੇਗਾ ਕਿ
ਮੋਸਟ ਲਾਈਕਲੀ ਜਦ ਤੱਕ ਅਸੀਂ ਹੁਣ ਸੰਪਰਕ ਦੇ ਵਿੱਚ ਹਾਂ ਅਕਾਲ ਤਖਤ ਸਾਹਿਬ ਤੋਂ ਵੀ, ਹਨਾ, ਉਹਨਾਂ ਨੂੰ ਵੀ ਭੇਜਿਆ ਹੋਇਆ, ਸੋ ਉਹ ਵੀ ਆ ਜਾਵੇਗਾ। ਤੇ ਹੋਪਫੁਲੀ ਕਿਉਂਕਿ ਸਪੋਰਟ ਬਹੁਤ ਹੈ, ਦੇਖੋ ਸਾਰੇ ਗੁਰੂ ਘਰਾਂ 'ਚ ਸੰਡੇ ਅਨਾਊਂਸਮੈਂਟਾਂ ਹੋਈਆਂ ਨੇ, ਔਰ ਸਾਡੇ ਰੀਜਨਲ ਜਾਂ ਹੋਰ ਅਸੀਂ ਫੀਡਬੈਕ ਲਈਏ ਵੀ ਕਿਤੇ ਵੀ ਕੋਈ ਵੀ ਵਿਰੋਧ ਨਹੀਂ ਹੋਇਆ। ਸਮਾਂਗੇ ਸਾਰੀ ਸਾਡੀ ਸੰਗਤ ਨੇ ਸਾਰਿਆਂ ਨੂੰ ਵਧਾਈ ਦਿੱਤੀ ਹੈ ਕਿ ਬਹੁਤ ਵਧੀਆ ਸਵਿਫਟਲੀ ਕੁਇਕਲੀ ਇਹਨੂੰ ਸੋਲਵ ਕਰ ਲਿਆ। ਜਿਹੜਾ ਫਿਲਹਾਲ ਇਹ ਸੋਲਿਊਸ਼ਨ ਹੈ, ਇਹ ਹੁਣ ਦੀ ਘੜੀ ਵਾਸਤੇ ਢੁੱਕਵਾਂ ਹੈ, ਕਿਉਂਕਿ ਸਾਡਾ ਮਕਸਦ ਹੈਗਾ ਛੇਤੀ ਤੋਂ ਛੇਤੀ ਬੱਚਿਆਂ ਨੂੰ ਸਕੂਲ ਵਾਪਸ ਭੇਜਣਾ ਜੀ, ਜਿੰਨੇ ਵੀ ਬੱਚੇ ਨਿਊ ਸਾਊਥ ਵੇਲਜ਼ ਦੇ ਆ। ਹੁਣ ਜੇ ਬੈਨ ਕੰਟੀਨਿਊ ਰਹਿੰਦਾ ਦੇ ਵਿਲ ਮਿਸ ਆਊਟ, ਜਾਂ ਉਹਨਾਂ ਨੂੰ ਕਕਾਰ ਲਾਣੇ ਪੈਣੇ ਆ। ਹੁਣ ਆਉਣ ਵਾਲੇ ਸਮੇਂ 'ਚ ਹੂ ਨੋਜ਼ ਕਿ ਹੋਰ ਆਪਣੀ ਪੋਲੀਟੀਕਲ ਪਾਵਰ ਵੱਧਦੀ ਆ, ਅਸੀਂ ਦੁਬਾਰਾ ਫੇਰ ਲੌਬੀ ਕਰਕੇ ਇਹਦੇ ਵਿੱਚ ਸੋਧਾਂ ਕਰਵਾ ਸਕਦੇ ਹਾਂ। ਜਿਹੜੇ ਹੋਰ ਯੰਗ ਲੀਡਰਸ ਨੇ ਉਹਨਾਂ ਨੂੰ ਮੌਕਾ ਹੈਗਾ ਹੈ ਕਿ ਹੋਰ ਇਹਨੂੰ ਫਰਦਰ ਅਮੈਂਡਮੈਂਟ ਕਰਵਾ ਸਕਦੇ ਨੇ, ਪਰ ਅਸੀਂ ਬੇਸ ਜਿਹੜਾ ਉਹ ਫਿਲਹਾਲ ਹੈ ਕਿ ਕੁਇਕਲੀ ਇਹਨੂੰ ਰਿਮੂਵ ਕਰਾਉਣਾ ਬੈਨ ਨੂੰ। ਤੇ ਇਹਦੀ ਟਾਈਮ ਲਾਈਨ ਇਹੀ ਹੈ ਕਿ ਸਾਡੇ ਇੱਥੇ ਫਰਾਈਡੇ ਨੂੰ ਛੁੱਟੀਆਂ ਹੋ ਜਾਣੀਆਂ ਨੇ 25 ਤਰੀਕ ਨੂੰ ਜੀ, ਤਾਂ ਉਹ ਤੋਂ ਇਹਨਾਂ ਨੇ ਫਿਰ 2 ਹਫ਼ਤੇ ਦੀ ਛੁੱਟੀਆਂ ਜਿਹੜੀਆਂ ਇਹਦੇ ਵਿੱਚ ਉਹਨਾਂ ਨੇ ਸਾਰੀਆਂ ਗਾਈਡਲਾਈਨਸ ਤਿਆਰ ਕਰਕੇ ਜਿਹੜੀ ਅਗਲੀ ਟਰਮ ਸ਼ੁਰੂ ਹੋਣੀ ਆ 2 ਹਫ਼ਤੇ ਬਾਅਦ, ਸ਼ਾਇਦ 12-13 ਜੁਲਾਈ ਨੂੰ, ਉਹ ਤੋਂ ਪਹਿਲਾਂ ਇਹ ਓਪਨ ਹੋ ਜਾਣਾ ਹੈ ਤੇ ਅਗਲੀ ਟਰਮ 'ਚ ਬੱਚੇ ਜਿਹੜੇ ਨੇ ਦੁਬਾਰਾ ਫਿਰ ਬੈਕ ਟੂ ਨਾਰਮਲ ਨਵੇਂ ਪ੍ਰੋਟੋਕਾਲ 'ਚ ਆਉਣਗੇ। ਇਹ ਟਾਈਮ ਲਾਈਨ। ਸੋ ਇੱਕ ਨੈਚੁਰਲੀ ਜ਼ਹਿਨ ਦੇ ਵਿੱਚ ਇੱਕ ਸਵਾਲ ਆ ਰਿਹਾ ਕਿ ਕਿੰਨੇ ਕੁ ਬੱਚੇ ਹੋਣਗੇ ਜਿਹੜੇ ਕਿ ਜਿਨ੍ਹਾਂ ਨੇ ਡਿਸਾਈਡ ਕੀਤਾ ਕਿ ਜਦ ਤੱਕ ਕੇਸ ਦਾ ਸਾਨੂੰ ਅਖਤਿਆਰ ਜਾਂ ਆਜ਼ਾਦੀ ਨਹੀਂ ਮਿਲਦੀ ਅਸੀਂ ਸਕੂਲ ਨਹੀਂ ਜਾਣਾ। ਕਿੰਨੇ ਕੁ ਬੱਚੇ ਤੁਹਾਡੇ ਓਵਰਆਲ ਕੀ ਇਹ ਨੰਬਰ ਹੈ ਆਪਣੇ ਜਿਹੜਾ ਅਸੈਸਮੈਂਟ ਦੇ ਬਾਅਦ 'ਚੋਂ ਗੁਰੂ ਘਰਾਂ ਨੇ ਜਾਂ ਤੁਹਾਡੇ ਕਾਊਂਸਲ ਨੇ ਇਸਟੈਬਲਿਸ਼ ਕੀਤਾ? ਨਹੀਂ, ਅਸੀਂ ਇਸ ਤਰ੍ਹਾਂ ਦਾ ਕੋਈ ਡਾਟਾ ਨਹੀਂ ਇਕੱਠਾ ਕੀਤਾ, ਪਰ ਅਸੀਂ ਬੇਨਤੀ ਜ਼ਰੂਰ ਕੀਤੀ ਸੀ ਕਿ ਅਗਰ ਕਿਸੇ ਨੂੰ ਕੋਈ ਸਟ੍ਰੈਸ ਹੈ, ਕਿਸੇ ਨੂੰ ਮਦਦ ਦੀ ਲੋੜ ਹੈ, ਲੀਗਲ ਮਦਦ ਦੀ ਲੋੜ ਹੈ, ਤਾਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਨੇ, ਪਰ ਸਾਨੂੰ ਕਿਸੇ ਨੇ ਕੀਤਾ ਨਹੀਂ। ਸੋ ਕਾਫੀ ਸਟੂਡੈਂਟ ਹੈ ਨਿਊ ਸਾਊਥ ਵੇਲਸ, ਖਾਸ ਕਰਕੇ ਮੈਟਰੋਪੋਲੀਟਨ ਏਰੀਏ ਦੇ ਵਿੱਚ ਕਾਫੀ ਅੰਮ੍ਰਿਤਧਾਰੀ ਸਟੂਡੈਂਟ ਹੈਗੇ ਨੇ, ਔਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਆਰਜੀ ਆ, ਟੈਂਪਰੇਰੀ ਆ, ਔਰ ਇਹ ਸਿਰੇ ਚੜ੍ਹ ਜਾਵੇਗਾ। ਸੋ ਇਸ ਕਰਕੇ ਸ਼ਾਇਦ ਉਹ ਵੀ ਵੇਟ ਕਰ ਰਹੇ ਨੇ, ਇੰਤਜ਼ਾਰ ਕਰ ਰਹੇ ਨੇ। ਹਾਂ, ਇੱਕ ਲੇਡੀ ਨੇ ਜ਼ਰੂਰ ਸਾਨੂੰ ਆ ਕੇ ਦੱਸਿਆ ਸੀ ਉਹਦੀ ਸਮੱਸਿਆ, ਬੱਚੇ ਦੀ ਸਮੱਸਿਆ, ਤੇ ਅਸੀਂ ਸਾਡੇ ਬਰਿਸਟਰ ਨੇ ਉਹਨਾਂ ਨੂੰ ਐਡਵਾਈਸ ਵੀ ਕੀਤਾ ਸੀ, ਤੇ ਉਸ ਤੋਂ ਬਾਅਦ ਸਾਨੂੰ ਇਹੋ ਜਿਹੀ ਕੋਈ ਕੰਸਰਨ ਆਈ ਨਹੀਂ ਕਮਿਊਨਿਟੀ ਵੱਲੋਂ। ਜੀ ਜੀ, ਬੜਾ ਹੀ ਇੰਟਰਸਟਿੰਗ ਇਹ ਚੈਪਟਰ ਜਿਹੜਾ ਅਨਫੋਲਡ ਹੋਇਆ। ਇਹ ਮੈਨੂੰ ਯਾਦ ਹੈ ਇੱਥੇ ਸਾਡੇ ਨਿਊਜ਼ੀਲੈਂਡ ਦੇ ਵਿੱਚ WH ਮੈਕਲਿਆਡ ਹੋਇਆ ਕਰਦੇ ਸੀ, ਅਤੇ ਜਦੋਂ ਬਾਈਕਿੰਗ ਦਾ ਜਿਹੜਾ ਹੈਲਮਟ ਪਾ ਕੇ ਬਾਈਕ ਚਲਾਉਣ ਦਾ ਕੇਸ ਹੋਇਆ ਸੀ ਕੈਨੇਡਾ ਦੇ ਵਿੱਚ, ਬੜਾ ਇਤਿਹਾਸਕ ਉਹ ਕੇਸ ਹੁਣ ਨਿਬੜਿਆ। ਮੈਨੂੰ ਯਾਦ ਹੈ ਪਾਪਾ ਜੀ ਹੁਣਾਂ ਨਾਲ ਬੈਠੇ WH ਮੈਕਲਿਆਡ ਨੇ ਕਿਹਾ ਸੀਗਾ ਕਿ ਭਾਵੇਂ ਸਮਾਂ ਪੈ ਗਿਆ ਲੇਕਿਨ ਤੁਹਾਡੇ ਸਾਰਿਆਂ ਦੀ ਜਦੋਜਹਿਦ ਇੰਨੀ ਹੋ ਚੁੱਕੀ ਹੈ, ਅਤੇ ਇਹਨਾਂ ਕਾਮਨਵੈਲਥ ਕੰਟਰੀਜ਼ ਦੇ ਵਿੱਚ ਸਾਥ ਖੂਨ ਦੇ ਨਾਲ ਜਿਹੜਾ ਦਿੱਤਾ ਆ ਉਸ ਦਾ ਮੁੱਲ ਪੈਣਾ ਹੀ ਪੈਣਾ। ਅਤੇ ਬਿਲਕੁਲ ਉਹੀ ਹੋ ਨਿਬੜਿਆ ਅਖੀਰ ਦੇ ਵਿੱਚ ਸਮਾਂ ਪਾ ਕੇ ਉਹਨਾਂ ਨੇ ਵੀ ਜਿਹੜਾ ਇਸ ਨੂੰ ਲੀਗਲਾਈਜ਼ ਕੀਤਾ। ਆਪਾਂ ਜਾਣਦੇ ਹਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਬਿਲਕੁਲ ਇਸੇ ਤਰ੍ਹਾਂ ਦਾ ਜਿਹੜਾ ਕੇਸ ਜਿਹੜਾ ਉਸਨੇ ਸ਼ੁਰੂਆਤ ਕੀਤੀ, ਅਤੇ ਉੱਥੇ ਵੀ ਹੁਣ ਜਿਹੜੀ BC ਦੇ ਸਾਰੇ ਸਕੂਲ ਨੇ ਉੱਥੇ ਲੈਜਿਸਲੇਟਡ ਤੌਰ ਦੇ ਉੱਤੇ ਤੁਸੀਂ ਕਲਿਪਟ ਜਿਹੜਾ ਉਹਨਾਂ ਨੇ ਅਲਾਓ ਕੀਤਾ ਹੋਇਆ, ਜੋ ਕਿ ਇੱਕ ਨਵਾਂ ਪ੍ਰੈਸੀਡੈਂਟ ਸੈੱਟ ਕਰ ਗਿਆ ਕੈਨੇਡਾ ਦੇ ਲਈ ਵੀ। ਅਤੇ ਸੋ ਜਿਹੜੀਆਂ ਸੁਜੈਸ਼ਨਸ ਨੇ ਫਾਈਨਲੀ ਜਿਸ ਦੇ ਉੱਤੇ ਹੁੰਗਾਰਾ ਸਾਰੇ ਹੀ ਕਾਊਂਸਲਸ ਜਿਹੜੀਆਂ ਨੇ ਭਰਦੀਆਂ ਨੇ ਗੁਰਦੁਆਰਾ ਕਾਊਂਸਲਸ, ਉਹਨਾਂ ਦੇ ਵਿੱਚ ਜੇ ਆਪਾਂ ਫਾਈਨਲਾਈਜ਼ ਕਰੀਏ ਤਾਂ ਕਿਹੜੀ ਦੋ ਆਪਾਂ ਕਹਿ ਲਈਏ ਕਿ ਆਊਟਕਮਸ ਨੂੰ ਲੈ ਕੇ ਟੀਮਸ ਚੱਲ ਰਹੀਆਂ ਨੇ? ਮੇਰਾ ਇਹ ਲਾਸਟ ਸਵਾਲ ਹੈ ਜੀ। ਜੀ, ਗੱਲ ਕਰਦੇ ਬਾਕੀ ਕੰਟਰੀਆਂ ਨੂੰ ਸਾਰਿਆਂ ਨੂੰ ਸਟੱਡੀ ਕੀਤਾ, ਤੇ ਸੋ ਫਾਰ ਜਿਹੜਾ 16.5 ਬਲੇਡ ਤੇ ਹੱਥ ਆਇਆ ਉਹ ਸਾਰਿਆਂ ਨੂੰ ਵੱਧ ਅਸੀਂ ਆਊਟਕਮ ਅਚੀਵ ਕੀਤੀ ਹੈ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਜੀ। ਤੇ ਇਹ ਸਟੈਂਡਰਡ ਕਿਰਪਾਨ ਹੀ ਹੈ ਜਿਹੜੀ ਛੋਟੀ ਹੈ। ਮੈਨੂੰ ਹੈਰਾਨ ਹੋਈ, ਕੱਲ ਪਰਸੋਂ ਗੁਰੂ ਘਰ ਗਏ ਤੇ ਉੱਥੇ ਭਾਈ ਸਾਹਿਬ ਨੇ ਵੀ ਇਹੀ ਸਾਈਜ਼ ਦੀ ਪਾਈ ਹੋਈ ਸੀ ਜਿਹੜੀ ਅਸੀਂ ਬੱਚਿਆਂ ਵਾਸਤੇ ਅਪਰੂਵ ਕਰਾਈ ਹੈ ਜੀ, ਤੇ ਅਸੀਂ ਫਿਰ ਉਹਦੀ ਡੈਮੋ ਦਿੱਤੀ ਹੈ। ਸੋ ਸਾਈਜ਼ ਦਾ ਕੋਈ ਮੈਟਰ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ। ਹਾਂ, ਜਿਹੜੀ ਥੋੜੀ ਬਹੁਤੀ ਮਿਸਅੰਡਰਸਟੈਂਡਿੰਗ ਬਾਹਰ ਹੋ ਰਹੀ ਸੀ ਉਹ ਵੈਲਡਿੰਗ ਦੀ ਹੋ ਰਹੀ ਸੀ ਕਿ ਵੈਲਡਿੰਗ ਕਰ ਦੇਣੀ ਹੈ, ਵੈਲਡਿੰਗ ਕਰ ਦੇਣੀ। ਇਸੇ ਕਰਕੇ ਅਸੀਂ ਰਾਤ ਦਾ ਵੀਡੀਓ ਪਾਇਆ ਸੀ, ਔਰ ਉਸ ਵੀਡੀਓ ਤੋਂ ਬਾਅਦ
ਬੜੀ ਸ਼ਲਾਘਾ ਹੋ ਰਹੀ ਹੈ, ਸਾਰੇ ਕਲੀਅਰ ਹੋ ਗਈ ਹੈ ਇਨਫੋਰਮੇਸ਼ਨ ਵੀ ਬਹੁਤ ਵਧੀਆ ਜੀ। ਇਹਦੇ ਤਾਂ ਕੋਈ ਮਤਲਬ 2 ਆਪਸ਼ਨਾਂ ਨੇ, ਜਿਹੜੀ ਮਰਜ਼ੀ ਪਾ ਲਓ, ਚਾਹੇ ਚੇਨ ਵਾਲੀ ਪਾ ਲਓ, ਚਾਹੇ ਸਿੰਤੀ ਹੋਈ ਪਾ ਲਓ। ਸੋ ਉਹ ਕੋਈ ਪ੍ਰੋਬਲਮ ਨਹੀਂ ਹੈਗੀ ਜੀ। ਸੋ ਇਸ ਕਰਕੇ ਮਤਲਬ ਫਿਲਹਾਲ ਸਾਨੂੰ ਕੋਈ ਵੀ ਹਜੇ ਅਸੈਸਮੈਂਟ ਹੋਏਗੀ ਜਿਹੜੀ ਸਾਨੂੰ ਪਰਸਨਲ ਸਾਡੀਆਂ ਈਮੇਲਸ ਤੇ ਸੁਜੈਸ਼ਨਸ ਆਉਂਦੀਆਂ ਨੇ, ਹੋਰ ਅਸੀਂ ਕਿਹਾ ਵੀ ਹੋਇਆ ਸਾਨੂੰ ਕਰੋ, ਪਰ ਸਾਰੇ ਹੀ ਗੁਰਦੁਆਰਾ ਸਾਹਿਬ ਫਿਲਹਾਲ ਜਿੰਨੇ ਵੀ ਹੈਗੇ ਨੇ ਸਾਰੇ ਹੀ ਇਸ ਨਾਲ ਸਹਿਮਤ ਨੇ ਔਰ ਉਹ ਚਾਹੁੰਦੇ ਨੇ ਕਿ ਛੇਤੀ ਤੋਂ ਛੇਤੀ ਇਸ ਨੂੰ ਸੋਲਵ ਕਰ ਦਿੱਤਾ ਜਾਵੇ। ਔਰ ਮੈਂ ਬੜਾ ਆਨਰਡ ਟੂ ਬੀ ਪਾਰਟ ਆਫ ਦਿਸ ਵਰਕਿੰਗ ਗਰੁੱਪ, ਤੇ ਮਤਲਬ ਮੈਂ ਇਹ ਕਹਿਣਾ ਚਾਹਾਂਗਾ ਕਿ ਇਟਸ ਅ ਡ੍ਰੀਮ ਟੀਮ ਨਹੀਂ ਕਹਿੰਦੇ, ਇਹ ਉਹ ਹੈ ਜੀ। ਨਹੀਂ, ਬਹੁਤ ਸ਼ਲਾਘਾਯੋਗ ਕਦਮ ਹੈ, ਤੇ ਜਿਹੜੀ ਟੀਮ ਇਨਵੋਲਵਡ ਹੈ ਇਸ ਦੇ ਵਿੱਚ ਮੈਂ ਕਹੂੰਗਾ ਕਿ ਨੈਚੁਰਲੀ ਤੁਹਾਡੇ ਸਾਰੇ ਭਾਈਚਾਰੇ ਦੇ ਲਈ ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਸਟੈਪਿੰਗ ਸਟੋਨ, ਲਰਨਿੰਗ ਦੇ ਪੱਖੋਂ ਵੀ, ਸਿੱਖਣ ਦੇ ਪੱਖੋਂ ਵੀ, ਡਾਇਲੋਗ ਦੇ ਪੱਖੋਂ ਵੀ, ਇੰਗੇਜਮੈਂਟ ਦੇ ਪੱਖੋਂ ਆਪਣੀ ਗੱਲ ਜਿਹੜੀ ਹੈ ਤੇ ਰਿਸਰਚ ਬੇਸਡ, ਜਿਵੇਂ ਤੁਸੀਂ ਦੱਸਿਆ ਕਿ ਡੈਮਨਸਟ੍ਰੇਸ਼ਨ ਤੋਂ ਲੈ ਕੇ ਇਲਸਟ੍ਰੇਸ਼ਨਸ ਤੋਂ ਲੈ ਕੇ ਉਹ ਸਾਰਾ ਕੁਛ ਜਿਹੜਾ, ਅਤੇ ਆਈ ਥਿੰਕ ਜਦੋਂ ਤੁਸੀਂ ਇਹ ਕਾਫਲਾ ਤੁਰਿਆ ਹੋਣਾ ਸਿੱਧੂ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਤੀਜੀ ਪੀੜ੍ਹੀ ਦਾ ਜਿਹੜਾ ਬੈਰਿਸਟਰ ਉਹ ਵੀ ਆ ਕੇ ਨਾਲ ਜੁੜ ਗਿਆ। ਸੋ ਆਪਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਜੀ। ਇੱਕ ਥੋੜੀ ਲਾਈਟਰ ਸਾਈਡ ਤੇ ਮੈਂ ਗੱਲ ਕਰਨਾ ਚਾਹਾਂਗਾ ਜੋ ਹਾਂਜੀ, ਤੁਹਾਨੂੰ ਪਤਾ ਕਿ ਕੋਈ ਵੀ ਅੱਜ ਕੱਲ੍ਹ ਇੱਕ ਟਰੈਂਡ ਬਣਿਆ ਕਿ ਕੋਈ ਵੀ ਮਸਲਾ ਹੋਵੇ ਤਾਂ ਫੰਡ ਰੇਜ਼ਿੰਗ ਸ਼ੁਰੂ ਹੋ ਜਾਂਦੀ ਹੈ ਜੀ। ਠੀਕ ਹੈ ਜੀ। ਤੇ ਮਤਲਬ ਮੈਂ ਉਹਨੂੰ ਪਸੰਦ ਨਹੀਂ ਕਰਦਾ ਪਰਸਨਲੀ ਜੀ। ਠੀਕ ਹੈ, ਕਿਉਂਕਿ ਸਾਡੇ ਕੋਲ ਇੰਨੀ ਕੁ ਵਿਲ ਪਾਵਰ ਨੌਲੇਜ ਹੋਣੀ ਚਾਹੀਦੀ ਹੈ ਜਾਂ ਆਪਣਾ ਸਰਮਾਇਆ ਹੋਣਾ ਚਾਹੀਦਾ ਕਿ ਸਾਨੂੰ ਇਹ ਕੰਮ ਨਾ ਕਰਨੇ ਪੈਣ। ਪਹਿਲੀ ਗੱਲ ਤਾਂ ਇਹ ਹੈ ਕਿ ASA ਨੇ ਮਤਲਬ 1.5 ਲੱਖ ਦਾ ਬਜਟ ਅਪਰੂਵ ਕਰਤਾ, ਉਸਨੂੰ ਮੈਚ ਹਰ ਗੁਰਦੁਆਰੇ ਨੇ ਕੀਤਾ। ਸੋ ਦੈਟ ਮੀਨਸ ਇਫੈਕਟਿਵਲੀ $1 ਮਿਲੀਅਨ ਤੋਂ ਉੱਤੇ ਸਾਨੂੰ ਗੁਰਦੁਆਰਾ ਸਾਹਿਬ ਤੋਂ ਫੰਡਿੰਗ ਮਤਲਬ ਅਵੇਲੇਬਲ ਸੀ। ਠੀਕ ਹੈ, ਤੇ ਉਸ ਤੋਂ ਬਾਅਦ ਜਿਹੜਾ ਖਰਚਾ ਆਇਆ ਸੋ ਫਾਰ, ਮੈਂ ਉਹ ਥੋੜਾ ਦੱਸਣਾ ਚਾਹੁੰਦਾ ਕਿ ਸਾਡੇ ਤਕਰੀਬਨ $72 ਖਰਚੇ ਆਏ ਨੇ ਤੇ ਉਹਦੇ ਤੇ ਉਹ ਵੀ ਸਿੰਘਾਂ ਨੇ ਪਰਸਨਲੀ ਤੌਰ ਤੇ ਆਪ ਹੀ ਕੀਤੇ ਨੇ। ਇੱਕ ਤਾਂ ਸਟੈਪ ਲਿਆ $34.99 ਦਾ, ਠੀਕ ਹੈ, ਜਿਹੜਾ ਅਸੀਂ ਡੈਮੋਨਸਟ੍ਰੇਸ਼ਨ ਦਿੱਤੀ ਹੈ ਤਮਰਕੱਸਾ, ਤੇ ਇੱਕ ਸਾਡੇ ਬਰਿਸਟਰ ਨੇ ਮੇਰੇ ਖਿਆਲ $42 ਜਾਂ $43 ਦੀ ਕਾਫੀ ਪੜਾਈ ਸੀ ਸਾਨੂੰ ਸਾਰਿਆਂ ਨੂੰ। ਸੋ ਸਾਡਾ ਮਤਲਬ $72 ਦੇ ਵਿੱਚ ਕਾਰਜ ਹੋਇਆ ਆ, ਤੇ ਸਾਨੂੰ ਕਿਸੇ ਫੰਡ ਰਾਈਜ਼ਿੰਗ ਦੀ ਲੋੜ ਨਹੀਂ ਪਈ, ਤੇ ਮਹਾਰਾਜ ਨੇ ਪੂਰੇ ਰਿਸੋਰਸਿਸ ਖੋਲੇ ਹੋਏ ਸੀ। ਸੋ ਮੈਂ ਇਹੀ ਬੇਨਤੀ ਕਰਾਂਗਾ ਕਿ ਫੰਡ ਰੇਜ਼ਿੰਗ ਕੋਈ ਹੱਲ ਨਹੀਂ ਹੁੰਦਾ, ਅਸਲ ਦੇ ਵਿੱਚ ਹੱਲ ਹੁੰਦਾ ਵਿਲ ਪਾਵਰ, ਗੁਰੂ ਸਾਹਿਬ ਦੀ ਬਖਸ਼ਿਸ਼, ਇਹ ਹੁੰਦੀ ਆ ਹੱਲ। ਤੁਸੀਂ ਤੁਰ ਪਾਓ, ਗੁਰੂ ਸਾਹਿਬ ਅੰਗ ਸੰਗ ਆਪ ਹੁੰਦੇ ਨੇ ਔਰ ਆਪਣੇ ਕਾਰਜ ਉਹ ਆਪ ਸਵਾਰਦੇ ਨੇ। ਸੋ ਆਪਣੇ ਆਪ ਰਾਹ ਖੋਲ ਕੇ ਚਲੇ ਜਾਂਦੇ ਨੇ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸੇਧ ਲੈਣੀ ਚਾਹੀਦੀ ਹੈ ਕਿ ਅਸੀਂ ਇਫੈਕਟਿਵਲੀ ਮਨੋ ਤਨੋ ਐਨ ਸਾਫ਼ ਸੁਥਰੀ ਨੀਅਤ ਦੇ ਨਾਲ ਕਾਰਜ ਕਰੀਏ। ਤੁਹਾਨੂੰ ਤੇ ਜੀ ਮੈਂ ਇੰਨਾ ਹੀ ਕਹਿਣਾ ਚਾਹੁੰਦਾ। ਬਿਲਕੁਲ ਸਭ, ਤੇ ਇਸ ਦੇ ਨਾਲ ਜਿਵੇਂ ਆਪਾਂ ਗੋਰੇ ਵਰਡ ਯੂਜ਼ ਕਰਦੇ ਨੇ ਬ੍ਰਿਟਿਸ਼ ਕਾਮਨ ਲਾਅ ਦੇ ਵਿੱਚ, ਵੈਸਟਮਿਨਿਸਟਰ ਜਿਹੜਾ ਬੇਸਡ ਹੈ, ਪ੍ਰੈਸੀਡੈਂਟ ਜਿਹੜਾ ਬਹੁਤ ਪਾਵਰਫੁਲ ਜਿਹੜਾ ਇੱਕ ਮੋਡ ਹੈ ਜਿਸ ਦੇ ਉੱਤੇ ਅਸਲ 'ਚ ਭਵਿੱਖ ਦੀਆਂ ਜਿਹੜੀਆਂ ਇੱਟਾਂ ਉਹ ਚਿਣ ਦਿੱਤੀਆਂ ਜਾਂਦੀਆਂ। ਜਦੋਂ ਵੀ ਕੋਰਟਸ ਦੁਬਾਰਾ ਕਿਤੇ ਵੀ ਐਗਜ਼ਾਮਪਲਸ ਲੈਂਦੇ ਆਪਾਂ ਸਾਰੇ ਜਾਣਦੇ ਹਾਂ, ਉਸ ਦੇ ਵਿੱਚ ਇਹ ਸਾਰਥਕ ਰੂਪ ਦੇ ਵਿੱਚ ਜਿਹੜੀ ਜੁਆਇੰਟ ਐਫਰਟ ਆ, ਆਈ ਥਿੰਕ ਦੁਨੀਆ ਭਰ ਦੇ ਲਈ ਜਿਹੜੇ ਪੰਜਾਬੀ ਸਿੱਖ ਨੇ ਉਹਨਾਂ ਦੇ, ਖਾਸ ਕਰਕੇ ਅਸੀਂ ਇੱਥੇ ਨਿਊਜ਼ੀਲੈਂਡ ਬੈਠੇ ਹਾਂ, ਇਸ ਨੂੰ ਬੜੀ ਲਾਗਿਓਂ ਦੇਖ ਰਹੇ ਹਾਂ। ਸੋ ਸਰ ਸਾਹਿਬ, ਅਖੀਰ ਦੇ ਵਿੱਚ ਜੇ ਤੁਸੀਂ ਕੁਛ ਕਹਿਣਾ ਚਾਹੋ, ਨੈਚੁਰਲੀ ਜੇ ਕੁਛ ਰਹਿ ਗਿਆ ਹੋਵੇ, ਮੇਰਾ ਇੱਕ ਦਿਮਾਗ 'ਚ ਮੇਰੇ ਹੋਰ ਸਵਾਲ ਆਇਆ ਕਿ ਇਹ ਸਾਰੇ ਨੂੰ ਲੈ ਕੇ ਆਪਣੀ ਕਮਿਊਨਿਟੀ ਨੇ ਆਸਟ੍ਰੇਲੀਆ ਦੇ ਵਿੱਚ, ਸਿੱਖ ਭਾਈਚਾਰੇ ਨੇ ਕਿਹੜੀਆਂ ਜਿੱਦਾਂ ਕਹੀਏ ਕਿ ਆਪਾਂ ਲਰਨਿੰਗਸ ਲਈਆਂ ਨੇ ਜਿਹੜੀਆਂ ਕਿ ਤੁਸੀਂ ਸ਼ੇਅਰ ਕਰਨੀਆਂ ਚਾਹੋਗੇ? ਉਹਨਾਂ ਦੇ ਵਿੱਚ ਇੱਕ ਮੇਰੇ ਦਿਮਾਗ 'ਚ ਅਵੇਅਰਨੈਸ ਦੇ ਪੱਖੋਂ ਜਿਹੜਾ ਨੈਚੁਰਲੀ ਆਉਂਦਾ ਹੈ ਕਿ ਕੀ ਇਸ ਦੀ ਜਿਹੜੀ ਘਾਟ ਜਾਂ ਹੋਰ ਵੱਧ ਜ਼ਰੂਰਤ ਮਹਿਸੂਸ ਕੀਤੀ ਗਈ? ਹੋਰ ਕੀ ਲਰਨਿੰਗਸ ਹੁਣ ਤੱਕ ਤੁਸੀਂ ਮਹਿਸੂਸ ਕਰਦੇ ਹੋ ਕਿ ਭਾਈਚਾਰਕ ਤੌਰ 'ਤੇ ਇਕੱਠਿਆਂ ਤੁਸੀਂ ਲਈਆਂ ਨੇ? ਜੀ ਹਾਂਜੀ, ਭਾਈਚਾਰਕ ਤੌਰ ਤੇ ਤਾਂ ਸਾਨੂੰ ਇਹ ਕਿ ਇਸ ਦੇ ਵਿੱਚ ਨਾ ਅਵੇਅਰਨੈਸ ਬਹੁਤ ਹੋਈ ਆ ਸਾਰੇ ਡਿਪਾਰਟਮੈਂਟਸ ਦੇ ਵਿੱਚ, ਮੀਡੀਆ ਦੇ ਵਿੱਚ, ਸਕੂਲਸ ਦੇ ਵਿੱਚ। ਹੁਣ 2200 ਸਕੂਲ ਨੂੰ ਇਨਫੋਰਮੇਸ਼ਨ ਮਟੀਰੀਅਲ ਤਿਆਰ ਹੋ ਰਿਹਾ ਜਿਹੜਾ ਗਵਰਨਮੈਂਟ ਡਿਪਾਰਟਮੈਂਟ ਆਪ ਕਰੇਗਾ। ਸੋ ਸਾਰੇ ਟੀਚਰ ਇਸ ਤੋਂ ਅਵੇਅਰ ਹੋਣਗੇ ਕਿਰਪਾਨ ਤੋਂ,
ਸਾਰਾ ਸਟਾਫ ਅਵੇਅਰ ਹੋਏਗਾ, ਸਾਰਾ ਡਿਪਾਰਟਮੈਂਟ ਅਵੇਅਰ ਹੋਏਗਾ। ਇੱਥੋਂ ਤੱਕ ਕਿ ਪੁਲਿਸ ਡਿਪਾਰਟਮੈਂਟ ਨੇ ਵੀ ਮੈਮੋ ਤਿਆਰ ਕਰਵਾਏ ਨੇ ਸਾਰਿਆਂ ਨੂੰ ਭੇਜਣ ਵਾਸਤੇ ਕਕਾਰਾਂ ਦੇ ਬਾਰੇ। ਸੋ ਬੜੀ ਵੱਡੀ ਅਵੇਅਰਨੈਸ ਦਾ ਮੈਸੇਜ ਇਹ ਮਿਲਿਆ ਆ ਆਪਾਂ ਨੂੰ ਵੀ ਇਹ ਪੋਜ਼ਿਟਿਵ ਚੀਜ਼ ਹੈ ਕਿ ਜਿਹੜੀ ਸੈਲਫ ਹੋ ਗਈ ਹੈ ਐਡਵਰਟਾਈਜ਼ਮੈਂਟ, ਹੈ ਨਾ। ਵੈਸੇ ਤਾਂ ਅਸੀਂ ਮਤਲਬ ਕਹਿੰਦੇ ਹਾਂ ਕਿ ਅਸੀਂ ਪੇਡ ਕਰਾਂਗੇ। ਦੂਜਾ ਜਿਹੜਾ ਸਾਡੇ ਭਾਈਚਾਰੇ ਦੇ ਵਿੱਚ ਇੱਕ ਨਾ ਪੋਜ਼ਿਟਿਵਨੈਸ ਬਹੁਤ ਆ ਗਈ ਆ, ਉਹਨਾਂ ਨੂੰ ਚੜ੍ਹਦੀ ਕਲਾ 'ਚ ਆ ਗਏ ਨੇ ਕਿ ਹਾਂ ਵੀ ਕੰਮ ਹੋ ਰਹੇ ਨੇ। ਇੱਕ ਗੁਰਦੁਆਰੇ ਸਾਹਿਬਾਨ ਦੇ ਵਿੱਚ ਵਿਸ਼ਵਾਸ ਦੁਆਰਾ ਪੈਦਾ ਹੋਇਆ ਆ ਪਿਛਲੇ 5-6 ਸਾਲ ਤੋਂ। ਕੁਛ ਇੱਕ ਗਰੋਹ, ਮੈਂ ਕਹਿੰਦਾ ਹੁੰਦਾ ਕਿ ਉਹ ਗਰੋਹ ਫਿਰਦਾ ਹੈ ਜਿਹੜਾ ਕਿ ਗੁਰੂ ਘਰਾਂ ਨੂੰ ਭੰਡ ਰਿਹਾ ਆ, ਗੁਰੂ ਦੀ ਗੋਲਕ ਨੂੰ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੋਲਕ ਨੂੰ ਭੰਡ ਰਿਹਾ ਆ ਜੀ। ਉਹਦੇ ਵਿੱਚ ਬਹੁਤ ਜ਼ਿਆਦਾ ਯਕੀਨ ਹੋ ਗਿਆ ਆ। ਰੀਇਨਸਟੇਟ ਹੋਏ ਨੇ ਗੁਰੂ। ਸਾਡੇ ਜਿਹੜੀਆਂ ਕਮੇਟੀਆਂ ਨੇ ਉਹਨਾਂ ਨੂੰ ਵੀ ਇੱਕ ਮੋਟਿਵ ਮਿਲਿਆ ਵੀ ਹਾਂ ਬਈ ਇਹ ਕੰਮ ਸਾਨੂੰ ਕਰਨੇ ਚਾਹੀਦੇ ਨੇ। ਸੋ ਉਹ ਜਿਹੜੇ ਮਤਲਬ ਨਿੰਦਕ ਰੱਖ ਲਓ ਜਾਂ ਨੈਗੇਟਿਵ ਪੀਪਲ ਸੀ, ਹਨਾ, ਉਹਨਾਂ ਦੇ ਮੂੰਹ ਤੇ ਕਰਾਰੀ ਪਈ ਆ ਕਿ ਜੋ ਅਸੀਂ ਆਪਣੇ ਰਲ ਮਿਲ ਕੇ ਅਸੀਂ ਗੁਰੂ ਘਰ ਬਣਾਏ ਹੋਏ ਨੇ ਉਹ ਹੁਣ ਟਰੂ ਪਰਪਸ ਸੋਲਵ ਕੀਤਾ ਆ ਜੋ ਕੰਮ ਹੋਇਆ ਆ ਸਾਰਿਆਂ ਨੇ ਰਲ ਕੇ। ਔਰ ਗੁਰੂ ਘਰ ਦੀ ਅਹਿਮੀਅਤ ਇੱਕ ਵਾਰੀ ਫੇਰ ਰੀਇਨਸਟੇਟ ਹੋਈ ਆ। ਇਹ ਸਾਰਿਆਂ ਨਾਲੋਂ ਵੱਡਾ ਸਾਨੂੰ ਮਤਲਬ ਦੇਖਣ ਨੂੰ ਮਿਲ ਰਿਹਾ ਕਿ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਗੁਰੂ ਘਰ ਦੇ ਵਿੱਚ ਉਹ ਬਹੁਤ ਜ਼ਿਆਦਾ ਵਧਿਆ ਹੈ ਦੁਆਰਾ। ਤੇ ਸੋਚਾ ਨਾਲ ਦੇ ਨਾਲ ਇਹ ਸਾਰੇ ਨੂੰ ਲੈਂਦਿਆਂ ਇੱਕ ਤੁਸੀਂ ਆਪਾਂ ਡਿਸਕਸ਼ਨ ਦੇ ਵਿੱਚ ਜਿਹੜਾ ਨੈਚੁਰਲੀ ਫੈਕਟ ਹੈ ਉਸ ਨੂੰ ਤੁਸੀਂ ਵੀ ਉਜਾਗਰ ਕੀਤਾ ਕਿ ਜ਼ਿਆਦਾ ਜਿਹੜੀਆਂ ਮੀਟਿੰਗਸ ਉਹ ਵਰਚੁਅਲ ਹੋਈਆਂ। ਤੁਸੀਂ ਆਪ ਇੱਕ ਦੂਜੇ ਦੇ ਨਾਲ ਵਰਚੁਅਲ ਜਿਹੜੀਆਂ ਮੀਟਿੰਗਸ ਵੀ ਬਹੁਤ ਕੀਤੀਆਂ। ਇਸ ਪਲੈਟਫਾਰਮ ਨੂੰ ਲੈ ਕੇ ਸਿੱਖ ਭਾਈਚਾਰਾ ਜਿਹੜਾ ਆਸਟ੍ਰੇਲੀਆ ਦਾ, ਉਹਨਾਂ ਦੇ ਪੱਖੋਂ ਕਿਵੇਂ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਪਲੈਟਫਾਰਮ ਨੂੰ ਹੋਰ ਬੈਟਰ ਇੱਕ ਦੂਜੇ ਨਾਲ ਇਨ ਟੱਚ ਰਹਿਣ ਦੇ ਪੱਖੋਂ ਕਮਿਊਨਿਟੀ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਡਿਸਕਸ਼ਨ ਮੈਚੋਰਲੀ ਲੈਂਦਿਆਂ ਕੀ ਇਸ ਦੀ ਯੂਸੇਜ ਤੁਸੀਂ ਮਹਿਸੂਸ ਕਰਦੇ ਹੋ ਇਹ ਵਧੀਆ? ਦੇਖੋ, ਮੇਰੀ ਆਪਣੀ ਰਿਜ਼ਰਵੇਸ਼ਨ, ਸਾਡੀਆਂ ਪਹਿਲੀਆਂ 3-4 ਮੀਟਿੰਗਾਂ ਆਨਲਾਈਨ ਹੋਈਆਂ ਸੀ ਤੇ ਉਹ ਅਸੀਂ ਉਹਨੂੰ ਫੇਲ ਕਹਿੰਦੇ ਸੀ ਵੀ ਫੇਲ ਹੋ ਗਈਆਂ। ਜਿਹੜੀਆਂ ਆਨਲਾਈਨ ਮੀਟਿੰਗਸ ਆ ਉਹ 4 ਜਾਂ 5 ਬੰਦਿਆਂ ਤੋਂ ਵੱਧ ਨਹੀਂ ਹੋ ਸਕਦੀਆਂ, ਉਹ ਫੇਲੀਅਰ ਹੁੰਦਾ ਆ ਉਹ ਤੋਂ ਬਾਅਦ ਕੋਈ। ਕਿਉਂਕਿ ਜਿਹੜੀ ਫੇਸ ਟੂ ਫੇਸ ਟੇਬਲ ਤੇ ਬੈਠ ਕੇ ਗੱਲ ਹੋਣੀ ਹੈ ਨਾ, ਆਊਟਕਮ ਉਹਦੇ 'ਚ ਹੀ ਜ਼ਿਆਦਾ ਨਿਕਲਦੀ ਹੈ ਜਦੋਂ ਤੁਸੀਂ ਜ਼ਿਆਦਾ ਲੋਕ ਹੁੰਦੇ ਆ। ਜੇ 4-5 ਹੈ ਛੋਟਾ ਸਾਡਾ, ਜਿੱਦਾਂ ਹੁਣ 10 ਦਾ ਗਰੁੱਪ ਹੈ, ਅਸੀਂ ਇਹਦੇ 'ਚ ਆਪਣੀ ਗੱਲਬਾਤ ਕਰ ਲਈਦੀ ਸੀ ਅਸੀਂ ਇੱਕ ਟਿਊਨ ਦੇ ਵਿੱਚ। ਜਦੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਤੇ ਉਦੋਂ ਸਾਨੂੰ ਪਤਾ ਨਹੀਂ ਹੁੰਦਾ ਕਿ ਜਿਹੜਾ ਵੀਡੀਓ ਤੇ ਗੱਲ ਕਰ ਰਿਹਾ ਮਤਲਬ ਉਹਦਾ ਔਰਾ ਕੀ ਹੈ, ਹਨਾ। ਇਹ ਬਰੀਕੀਆਂ ਹੈ ਨਹੀਂ ਹੁੰਦੀਆਂ ਉਹਦੇ 'ਚ ਆਊਟਕਮ ਨਹੀਂ ਨਿਕਲਦੀ। ਸੋ 2-4-5 ਬੰਦਿਆਂ 8 ਬੰਦਿਆਂ ਤੱਕ ਤਾਂ ਠੀਕ ਹੈ, ਪਰ ਜੇ ਤੁਸੀਂ ਲਾਰਜਰ ਚਾਹੁੰਦੇ ਹੋ ਤਾਂ ਫਿਰ ਕਾਨਫਰੰਸ ਟਾਈਪ ਚਾਹੁੰਦੇ। ਜਿੱਦਾਂ ਤੁਸੀਂ ਮੈਨੂੰ ਪਤਾ ਤੁਸੀਂ ਕਿੱਧਰ ਨੂੰ ਜਾਣਾ ਚਾਹੁੰਦੇ ਹੋ ਕਿ ਸਾਲ 'ਚ 2-3 ਵਾਰੀ ਇਹੋ ਜਿਹੇ ਫੰਕਸ਼ਨ ਹੋਣ ਜਿੱਥੇ ਕੌਮ ਆਪਣੀ ਡਿਸਕਸ਼ਨ ਕਰੇ, ਹਨਾ। ਉਹ ਵਰਚੁਅਲ ਫੇਲੀਅਰ ਹੈ ਉਹ, ਕਿਉਂਕਿ ਕਈਆਂ ਦੀ ਵਾਰੀ ਨਹੀਂ ਆਉਂਦੀ, ਹਨਾ। ਕਈਆਂ ਨੂੰ ਮਤਲਬ ਪ੍ਰੋਪਰ ਉੱਥੇ ਮਾਹੌਲ ਹੀ ਨਹੀਂ ਬਣਦਾ ਗੱਲ ਸੁਣਨ ਦਾ। ਕੋਈ ਵਿੱਚ ਚਾਹ ਪੀ ਜਾ ਰਿਹਾ। ਮੈਂ 1-2 ਮੀਟਿੰਗਾਂ 'ਚ ਹੁਣ ਹੋਰ ਇਹ ਨਹੀਂ ਮੀਟਿੰਗਾਂ, ਹੋਰ ਮੀਟਿੰਗਾਂ ਮੈਂ 2-3 ਸੁੱਤੇ ਵੀ ਦੇਖੇ ਨੇ ਵਿੱਚ, ਹਨਾ, ਕਾਰ ਦੇ ਵਿੱਚ ਮਤਲਬ ਨਹੀਂ ਉਹ ਫੇਲੀਅਰ ਜਿੱਦਾਂ ਵੱਡੀਆਂ ਮੀਟਿੰਗਾਂ ਦੇ ਵਿੱਚ ਨਹੀਂ ਹੋ ਸਕਦਾ ਇਹੋ ਜਿਹਾ। ਜਿਸ ਤਰ੍ਹਾਂ ਹੁਣ ਸਿੱਖ ਫੋਰਮ ਹੈ, ਹਨਾ, ਤੁਸੀਂ ਦੇਖ ਰਹੇ ਹੋ ਲਾਈਵ ਬ੍ਰੌਡਕਾਸਟ, ਉਹ ਵਧੀਆ ਲੱਗਦਾ, ਪਰ ਐਕਚੁਅਲੀ ਉੱਥੇ ਭਾਈਬੰਦ ਇਕੱਠੇ ਹੋਣੇ ਚਾਹੀਦੇ ਨੇ 20-40-50-100, ਹਨਾ। ਫਿਰ ਉਹਦੇ ਚੋਂ ਡਿਸਕਸ਼ਨ ਨਿਕਲਦੀਆਂ, ਥੋੜਾ ਹਾਸਾ ਮਜ਼ਾਕ ਹੁੰਦਾ, ਇੱਕ ਥੋੜਾ ਮਾਹੌਲ ਬਣ ਜਾਂਦਾ ਆ, ਫਿਰ ਉਹਦੇ ਚ ਸੀਰੀਅਸਨੈਸ ਵੀ ਆਉਂਦੀ ਆ। ਸੋ ਇਹ ਪਲੇਟਫਾਰਮ ਇੰਨਾ ਵਧੀਆ ਨਹੀਂ ਹੈਗਾ ਆਨਲਾਈਨ ਵਾਲਾ। ਬੜੀ ਇੰਟਰਸਟਿੰਗ ਆਬਜ਼ਰਵੇਸ਼ਨ ਤੁਸੀਂ ਦਿੱਤੀ ਹੈ ਤੇ ਬਹੁਤ ਚੰਗਾ ਲੱਗਦਾ ਤੁਸੀਂ ਆਪਣਾ ਓਪੀਨੀਅਨ ਖੋਲ੍ਹ ਕੇ ਦਿੰਦੇ ਹੋ। ਸੋ ਸਾਹਿਬ, ਥੈਂਕ ਯੂ ਫॉर योर ਟਾਈਮ। ਬੜਾ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅਪਡੇਟ ਦਿੱਤੀ ਆਪਣੇ ਕੀਮਤੀ ਵਕਤ ਦੇ ਵਿੱਚੋਂ। ਸ਼ਾਮ ਦਾ ਜਿਹੜਾ ਪ੍ਰਾਈਮ ਟਾਈਮ ਹੈ ਉਸ ਦੇ ਵਿੱਚੋਂ ਸਮਾਂ ਕੱਢਿਆ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ। ਤੇ ਅਸੀਂ ਤੁਹਾਡੇ ਤੋਂ ਅਪਡੇਟ ਜਿਹੜੀ ਹੈ ਉਹ ਨੈਚੁਰਲੀ ਅੱਗੇ ਚੱਲ ਕੇ ਵੀ ਲਵਾਂਗੇ ਤੇ ਇਸ ਕੇਸ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਕਰੰਟ ਸਾਡੇ ਸਰੋਤਿਆਂ ਤੱਕ ਪਹੁੰਚਾਉਣ ਦੇ ਲਈ ਧੰਨਵਾਦ। ਬਹੁਤ ਬਹੁਤ ਧੰਨਵਾਦ ਸਪਾਈਸ ਰੇਡੀਓ ਦਾ ਔਰ ਤੁਹਾਡਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।